आप लेहो तुम कथा सुधारी। सतनाम श्री वाहिगुरु साहिब जीओ। उठ कर सगरे गरे लगाए, प्रथमे दयो दर्ब समुदाये। पाओ भगत सब की बहु कीन, कोशिश बहु पहरन को दीन। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जीओ। ਆਪ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ। ਆਰਤੀ ਆਰਤੇ ਦਾ ਕੀਰਤਨ ਭਾਈ ਸਾਹਿਬ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਜਦੋਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਮਾਝੇ ਦੇਸ਼ ਦੇ ਵਿੱਚ ਆਪਣੇ ਵੱਡਿਆਂ ਦੇ ਅਸਥਾਨਾਂ ਦੇ ਦਰਸ਼ਨ ਕਰਨ ਦੀ ਭਾਵਨਾ ਲੈ ਕੇ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਭੱਲੇ ਸਾਹਿਬਜ਼ਾਦਿਆਂ ਨੇ ਬਹੁਤ ਸਤਿਕਾਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਵੀ ਉਹਨਾਂ ਦਾ ਬਹੁਤ ਸੁੰਦਰ ਬਸਤਰਾਂ ਨਾਲ, ਗਹਿਣਿਆਂ ਨਾਲ, ਮਾਇਆ ਨਾਲ ਸਤਿਕਾਰ ਕੀਤਾ। ਇੱਕ ਰਾਤ ਸ੍ਰੀ ਗੋਇੰਦਵਾਲ ਸਾਹਿਬ ਰਹੇ, ਬੌੜੀ ਸਾਹਿਬ ਦੇ ਦਰਸ਼ਨ ਮੇਲੇ, ਚੁਬਾਰਾ ਸਾਹਿਬ ਦੇ ਦਰਸ਼ਨ ਮੇਲੇ ਕੀਤੇ। ਅਗਲੇ ਦਿਨ ਮਹਾਰਾਜ ਖੰਡੂਰ ਸਾਹਿਬ ਜਾ ਪਹੁੰਚੇ। ਖੰਡੂਰ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਅੰਗੀਠਾ ਸਾਹਿਬ ਹੈ, ਜਿੱਥੇ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਹੋਇਆ। ਉੱਥੇ ਜਾ ਕੇ ਮੱਥਾ ਟੇਕਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਪਣ ਕੀਤੀਆਂ ਔਰ 63 ਸਾਹਿਬਜ਼ਾਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੜਪੋਤਰੇ ਉਹ ਸਾਰੇ ਉੱਥੇ ਰਹਿੰਦੇ ਸਨ। ਉਹ ਸਾਰੇ ਮਿਲਣ ਆਏ ਹਨ। ਨਗਰ ਦੀਆਂ ਸੰਗਤਾਂ ਆਈਆਂ ਹਨ। ਬਹੁਤ ਭਜਨ ਕੀਰਤਨ ਹੋਇਆ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਉੱਠ ਕੇ ਗੁੜਵਕੜੀ ਪਾਈ ਹੈ। ਜਿੰਨੇ ਵੀ ਬਜ਼ੁਰਗ ਸਨ, ਗੁਰੂ ਅੰਗਦ ਦੇਵ ਜੀ ਦੇ ਪੋਤਰੇ ਪੜਪੋਤਰੇ, ਉਹਨਾਂ ਨੂੰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਬੜੇ ਸਤਿਕਾਰ ਨਾਲ ਮਿਲੇ ਹਨ। ਇਸ ਤੋਂ ਅਗਲੀ ਕਥਾ ਆਰੰਭ ਹੁੰਦੀ ਹੈ। ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਠ ਕਰ ਸਗਰੇ ਘਰੇ ਲਗਾਏ, ਉੱਠ ਕੇ ਸਾਰਿਆਂ ਨੂੰ ਗਲ ਨਾ ਲਾਇਆ ਸਤਿਗੁਰੂ ਜੀ ਨੇ। ਪ੍ਰਥਮੇ ਦਇਓ ਦਰਬ ਸਮੁਦਾਏ। ਪਹਿਲਾਂ ਸਾਰਿਆਂ ਨੂੰ ਮਾਇਆ ਦਿੱਤੀ ਹੈ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੋਤਰੇ ਪੜਪੋਤਰੇ ਹਨ। ਇਹ ਗੁਰੂ ਕੇ ਦਰਬਾਰ ਦੀ ਸੇਵਾ ਕਰਦੇ ਸਨ। ਇਹ ਕਮੇਟੀਆਂ ਤਾਂ ਸਾਧ ਸੰਗਤ ਜੀ 1925 'ਚ ਬਣੀਆਂ ਹਨ। ਪਹਿਲਾਂ ਜਿਹੜੇ ਗੁਰਦੁਆਰੇ ਗੁਰਧਾਮ ਸਨ, ਉਹ ਗੁਰਸਿੱਖਾਂ ਦੇ ਪਰਿਵਾਰਾਂ ਕੋਲ ਹੀ ਸੇਵਾ ਚਲੀ ਆਉਂਦੀ ਸੀ। ਕੁਝ ਸੇਵਾ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੀ 63 ਸਾਹਿਬਜ਼ਾਦੇ ਕਰਦੇ ਸਨ। ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਮਰਦਾਸ ਜੀ ਦੀ ਅੰਸ ਬੰਸ ਭੱਲੇ ਸਾਹਿਬਜ਼ਾਦੇ ਸੇਵਾ ਕਰਦੇ ਸਨ। ਇਸੇ ਤਰ੍ਹਾਂ ਨਨਕਾਣਾ ਸਾਹਿਬ ਉਦਾਸੀ ਮਹਾਤਮਾ ਸੇਵਾ ਕਰਦੇ ਸਨ ਤੇ ਡੇਰਾ ਬਾਬਾ ਨਾਨਕ ਬੇਦੀ ਸਾਹਿਬਜ਼ਾਦੇ ਸੇਵਾ ਕਰਦੇ ਸਨ। ਗੁਰੂ ਮਹਾਰਾਜ ਦੇ ਸਾਰੇ ਅਸਥਾਨਾਂ ਦੀ ਇਸ ਤਰ੍ਹਾਂ ਸੇਵਾ ਚੱਲਦੀ ਸੀ। ਪੰਥ ਖਾਲਸੇ ਵੱਲੋਂ ਵੀ ਸੰਤ ਮਹੰਤ ਮਹਾਤਮਾ ਸਥਾਪਿਤ ਕੀਤੇ ਜਾਂਦੇ ਸਨ। ਉਹਨਾਂ ਦਾ ਖਰਚਾ ਫਿਰ ਸੰਗਤਾਂ ਤੋਰਦੀਆਂ ਸਨ ਤੇ ਸੰਗਤਾਂ ਰਸਤਾਂ ਬਸਤਾਂ ਲਿਆ ਕੇ ਲੰਗਰਾਂ ਦੀ ਸੇਵਾ ਕਰਦੀਆਂ। ਇਸ ਤਰ੍ਹਾਂ ਦੀ ਮਰਜ਼ਾਦਾ ਹੁੰਦੀ ਸੀ ਇਹ ਪੁਰਾਤਨ ਸਮੇਂ ਵਿੱਚ। ਸੋ ਗੁਰੂ ਅੰਗਦ ਦੇਵ ਜੀ ਦੇ ਜੋ ਪੋਤਰੇ ਪੜਪੋਤਰੇ ਡੇਰਾ ਸਾਹਿਬ ਜੀ ਦੀ ਸੇਵਾ ਕਰਦੇ ਹਨ, ਉਹਨਾਂ ਨੂੰ ਮਹਾਰਾਜ ਨੇ ਖੁੱਲ੍ਹੀ ਮਾਇਆ ਦਿੱਤੀ ਹੈ। ਕਿਉਂ? ਗੁਰੂ ਘਰਾਂ ਵਿੱਚ ਰਹਿ ਕੇ ਸੇਵਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਭਾਵੇਂ ਕੋਈ ਸਾਧ ਹੈ, ਭਾਵੇਂ ਕੋਈ ਗ੍ਰਸਤੀ ਹੈ, ਪ੍ਰਸ਼ਾਦਾ ਤਾਂ ਸਭ ਨੇ ਛਕਣਾ ਹੈ। ਇਸ ਕਰਕੇ ਗੁਰੂ ਘਰਾਂ ਵਿੱਚ ਰਹਿਣ ਵਾਲਿਆਂ ਦੀ ਸੇਵਾ ਮਹਾਰਾਜ ਸਾਹਿਬ ਜੀ ਆਪ ਕਰਦੇ ਸਨ, ਤਾਂ ਕਿ ਸੰਗਤਾਂ ਨੂੰ ਵੀ ਮਰਜ਼ਾਦਾ ਸਿਖਾਈ ਜਾਵੇ। ਹਾਂਜੀ, ਆਓ ਭਗਤ ਸਭ ਕੀ ਬਹੁ ਕੀਨ। ਮਹਾਰਾਜ ਜੀ ਨੇ ਸ੍ਰੀ ਖੰਡੂਰ ਸਾਹਿਬ ਜਿੰਨੇ ਵੀ ਰਹਿਣ ਵਾਲੇ ਸਨ, ਉੱਥੇ ਗੁਰੂ ਦੇ ਪੋਤਰੇ ਪੜਪੋਤਰੇ ਸਾਰਿਆਂ ਦਾ ਮਾਣ ਸਨਮਾਨ ਕੀਤਾ ਹੈ। ਗੁਰੂ ਘਰ ਦੇ ਸੇਵਾਦਾਰਾਂ ਨੂੰ ਸਰੋਪੇ ਮਾਇਆ ਬਖਸ਼ਿਸ਼ ਕੀਤੀ ਹੈ। ਕੋਸ਼ਿਸ਼ ਬਹੁ ਪਹਿਰਨ ਕੋ ਦੀਨ। ਸਾਰਿਆਂ ਨੂੰ ਆਪਣੇ ਖਜ਼ਾਨੇ ਵਿੱਚੋਂ ਬਹੁਤ ਕੀਮਤੀ ਬਸਤਰ ਦਿੱਤੇ ਹਨ। ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲਣ ਲੱਗਿਆਂ ਮਹਾਰਾਜ ਬਹੁਤ ਕੀਮਤੀ ਬਸਤਰਾਂ ਦਾ ਗੱਡਾ ਲੱਦ ਕੇ ਲੈ ਗਏ ਸਨ, ਕਿਉਂਕਿ ਗੁਰੂ ਘਰ ਤਾਂ ਰੋਜ਼ ਨਵੀਂ ਤੋਂ ਨਵੀਂ ਬਸਤਰ ਮਾਇਆ ਭੇਟਾ ਚੜ੍ਹਦੀ ਸੀ
ਤੇ ਸਤਿਗੁਰੂ ਜੀ ਉਹ ਸਾਰੀ ਭੇਟਾ ਗੁਰੂ ਕੇ ਸਿੱਖਾਂ ਜੀ ਵਰਤਾਇਆ ਕਰਦੇ ਸਨ। ਸੰਗਤ ਦੀ ਵਸਤੂ ਸੰਗਤ ਹੀ ਛਕੇ, ਗੁਰੂ ਕੇ ਸਿੱਖਾਂ ਦੇ ਕੰਮ ਆਵੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪ ਕਿਸੇ ਪਦਾਰਥ ਦਾ ਲਾਲਚ ਨਹੀਂ ਸੀ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਭਾਵੇਂ ਕੋਈ ਡੇਰੇਦਾਰ ਹੈ, ਭਾਵੇਂ ਕੋਈ ਕਮੇਟੀਦਾਰ ਹੈ, ਇਹੀ ਸੋਚੀ ਜਾਂਦੇ ਗੁਰਦੁਆਰੇ ਦੇ ਬਜਟ ਵਧਾ ਲਈਏ। ਜਦੋਂ ਇਹ ਬਿਰਤੀ ਬਣ ਗਈ, ਸਿੱਖੀ ਦੇ ਪ੍ਰਚਾਰ ਵਾਲੀ, ਲੰਗਰ ਛਕਾਉਣ ਵਾਲੀ, ਸੇਵਾ ਕਰਨ ਵਾਲੀ ਭਾਵਨਾ ਜਾਂਦੀ ਰਹੀ। ਖਾਲਸਾ ਜੀ ਸਤਿਗੁਰਾਂ ਨੇ ਜੋੜਿਆ ਨਹੀਂ, ਵਰਤਾਈ ਗਏ ਨੇ। ਜਿੰਨਾ ਵਰਤਾਈ ਗਏ ਨੇ ਓਨਾ ਆਈ ਗਿਆ। ਤੋਟ ਨਾ ਆਵੇ ਵੱਧਦੋ ਜਾਈ। ਮਹਾਰਾਜ ਦੇ ਖਜ਼ਾਨੇ ਅਖੋਟੀ ਹਨ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੇ ਵਸਤਰ ਲਿਆਂਦੇ ਸੀ ਨਾ, ਗੋਇੰਦਵਾਲ ਸਾਹਿਬ ਤੇ ਖੰਡੂਰ ਸਾਹਿਬ ਸਾਰੇ ਸਾਹਿਬਜ਼ਾਦਿਆਂ ਨੂੰ ਪਵਾਏ ਹਨ। ਕੁਸ਼ਲ ਪੂਛ ਕਰ ਕੈ ਸਨਮਾਨਾ। ਸਾਰਿਆਂ ਦਾ ਹਾਲ ਚਾਲ ਸੁਖ ਸ਼ਾਂਤ ਵੀ ਪੁੱਛੀ, ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਸਾਰਿਆਂ ਦਾ ਸਨਮਾਨ ਕੀਤਾ ਹੈ ਵੀ ਗੁਰੂ ਦੀ ਅੰਸ ਬੰਸ ਹਨ ਤੇ ਗੁਰੂ ਦੇ ਅਸਥਾਨ ਦੀ ਸੇਵਾ ਕਰਦੇ ਹਨ। ਬਹੁਰ ਮੰਗਾਇਓ ਬਹੁ ਪਕਵਾਨਾ। ਫਿਰ ਮਹਾਰਾਜ ਨੇ ਮਠਿਆਈਆਂ ਦੇ ਪਕਵਾਨਾਂ ਦੇ ਟੋਕਰੇ ਭਰ ਕੇ ਮੰਗਵਾਏ ਹਨ। ਸਭ ਹਿਨ ਕੋ ਬੈਠਾਏ ਅਚਾਵਾ। ਸਾਰਿਆਂ ਨੂੰ ਬਿਠਾ ਕੇ ਲੰਗਰ ਛਕਾਇਆ ਹੈ। ਪਰਮ ਪ੍ਰਸੰਨ ਹੋਏ ਤਿਨ ਖਾਵਾ। ਉਹਨਾਂ ਨੇ ਵੀ ਬੜੀ ਖੁਸ਼ੀ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਸਤਿਗੁਰਾਂ ਵੱਲੋਂ ਲਿਆਂਦੀਆਂ ਮਠਿਆਈਆਂ ਤੇ ਪਕਵਾਨ ਛਕੇ ਹਨ। ਪੁਨ ਤਿਨ ਕੋ ਸਗਰੋ ਵਿਵਹਾਰ। ਫਿਰ ਉਹਨਾਂ ਦਾ ਸਾਰਾ ਵਿਹਾਰ ਜਿਹੜਾ ਸੀਗਾ ਉਹ ਸਾਰਾ ਵੇਖਿਆ ਸਤਿਗੁਰੂ ਜੀ ਨੇ। ਬੂਝਨ ਕੀਨਸ ਸਰਬ ਪ੍ਰਕਾਰ। ਪਰ ਪੁੱਛਿਆ ਵੀ ਹੈ ਵੀ ਤੁਸੀਂ ਮਹਾਰਾਜ ਦੇ ਸਾਹਿਬਜ਼ਾਦੇ ਹੋ, ਤੁਹਾਨੂੰ ਕੋਈ ਤੰਗੀ ਤਾਂ ਨਹੀਂ? ਇੱਥੇ ਖੰਡੂਰ ਸਾਹਿਬ 'ਚ ਰਹਿੰਦੇ ਹੋ, ਖਰਚਾ ਕਿੱਥੋਂ ਚੱਲਦਾ? ਕਿਉਂਕਿ ਅੱਜ ਕੱਲ੍ਹ ਵਰਗੀ ਉਸ ਵੇਲੇ ਆਮਦਨ ਨਹੀਂ ਸੀ ਗੁਰੂ ਘਰਾਂ ਨੂੰ। ਠੀਕ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਸੇਵਾ ਕਰਦੀਆਂ ਸਨ, ਪਰ ਹੁਣ ਬੜਾ ਫਰਕ ਪੈ ਗਿਆ। ਉਦੋਂ ਕਈ ਸਥਾਨਾਂ 'ਤੇ ਬੇਆਬਾਦੀ ਹੋ ਜਾਂਦੀ ਸੀ ਤੇ ਕਿੱਧਰ ਧਿਆਨ ਹੋ ਗਿਆ ਸੰਗਤ ਦਾ। ਜਿਵੇਂ ਅੱਜ ਵੀ ਕਈ ਵਾਰੀ ਦੇਖਿਆ ਕਈ ਸਥਾਨਾਂ 'ਤੇ ਸੰਗਤ ਜਾਂਦੀ ਨਹੀਂ, ਹਾਲਾਂਕਿ ਇਤਿਹਾਸੀ ਸਥਾਨ ਹੁੰਦੇ ਪਰ ਪਤਾ ਨਹੀਂ ਹੁੰਦਾ, ਜਾਣਕਾਰੀ ਨਹੀਂ, ਕੋਈ ਦੱਸਦਾ ਨਹੀਂ। ਤੇ ਸਾਡੇ ਪ੍ਰਚਾਰਕ ਵੀ ਉਹ ਆਪਣੇ ਆਪਣੇ ਡੇਰੇ ਬਾਰੇ ਦੱਸਦੇ ਆ ਵੀ ਮੇਰੇ ਡੇਰੇ 'ਚ ਆਇਆ ਜੇ, ਸਮੱਸਿਆ ਮੇਰੇ ਡੇਰੇ 'ਤੇ ਲੱਗਦੀ ਹੈ, ਪੂਰਨਮਾਸ਼ੀ ਮੇਰੇ ਡੇਰੇ 'ਤੇ ਲੱਗਦੀ ਹੈ। ਗੁਰੂ ਕੇ ਇਤਿਹਾਸੀ ਸਥਾਨਾਂ ਬਾਰੇ ਕੋਈ ਦੱਸਦਾ ਨਹੀਂ। ਇਹ ਵੀ ਜ਼ਰੂਰੀ, ਜੇ ਸਾਧ ਸੰਗਤ ਜੀ ਗੁਰੂ ਸਾਹਿਬਾਂ ਦੇ ਇਤਿਹਾਸਿਕ ਸਥਾਨਾਂ ਦੀ ਬੇਆਬਾਦੀ ਹੋਊਗੀ ਤੇ ਫਿਰ ਸਾਡੇ ਡੇਰੇ ਵੀ ਨਹੀਂ ਰਹਿਣੇ, ਸਾਡੇ ਘਰ ਵੀ ਨਹੀਂ ਰਹਿਣੇ। ਵੱਡੇ ਸਤਿਗੁਰੂ ਹਨ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਧੰਨ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ, ਗੁਰਦੁਆਰਾ ਮੱਲ ਖਾੜਾ ਸਾਹਿਬ ਹੈ, ਗੁਰਦੁਆਰਾ ਤਪਿਆਣਾ ਸਾਹਿਬ ਹੈ। ਇਹਨਾਂ ਗੁਰਦੁਆਰਿਆਂ ਦੀ ਭਾਈ ਸੇਵਾ ਕਿਵੇਂ ਚੱਲਦੀ ਹੈ ਦੱਸੋ ਜਰਾ। ਸਗਰੀ ਸੰਗਤ ਜੇ ਤਿਕ ਆਈ। ਜਿੰਨੀ ਸੰਗਤ ਆਈ ਸੀ ਸਭਨ ਦੇਗ ਤੇ ਭੋਜਨ ਖਾਈ। ਮਹਾਰਾਜ ਨੇ ਸਾਰਿਆਂ ਨੂੰ ਲੰਗਰ ਛਕਾਇਆ, ਖੁੱਲਾ ਲੰਗਰ ਲਾਇਆ ਜਾ ਕੇ ਖੰਡੂਰ ਸਾਹਿਬ। ਸਭ ਨੂੰ ਕਿਹਾ ਵੀ ਅੱਜ ਗੁਰੂ ਕੇ ਲੰਗਰ 'ਚ ਪ੍ਰਸ਼ਾਦਾ ਛਕੋ ਸਾਰੇ ਹੀ। ਜਾਮ ਜਾਮ ਨੇ ਲਗ ਸਭ ਪੋਸੇ। ਸਾਧ ਸੰਗਤ ਜੀ ਇੱਕ ਪਹਿਰ ਰਾਤ ਗਈ ਤੱਕ 9-10 ਵਜੇ ਤੱਕ ਲੰਗਰ ਹੀ ਚੱਲਦਾ ਰਿਹਾ। ਸਭ ਜਿੰਨੇ ਵੀ ਆਏ ਪਿੰਡ ਦੇ ਰਹਿਣ ਵਾਲੇ, ਗਰੀਬ ਅਮੀਰ, ਹਿੰਦੂ ਮੁਸਲਮਾਨ ਸਾਰੇ ਆਏ, ਸਾਰਿਆਂ ਨੂੰ ਮਹਾਰਾਜ ਦੇ ਲੰਗਰਾਂ 'ਚੋਂ ਪ੍ਰਸ਼ਾਦਾ ਮਿਲਿਆ ਹੈ। ਦਾਨ ਮਾਨ ਦੇ ਕਰ ਸੰਤੋષੇ। ਸਾਰਿਆਂ ਦਾ ਮਾਣ ਸਤਿਕਾਰ ਕੀਤਾ, ਸਾਰਿਆਂ ਨੂੰ ਮਹਾਰਾਜ ਨੇ ਲੰਗਰ ਛਕਾਇਆ ਹੈ। ਓਮ ਆਸਨ ਪਰ ਸ੍ਰੀ ਹਰਿ ਰਾਏ। ਸਤਿਗੁਰੂ ਜੀ ਮਹਾਰਾਜ ਮੰਜਾ ਨਹੀਂ ਡਾਇਆ, ਕਿਉਂਕਿ ਗੁਰੂ ਕੀ ਪਵਿੱਤਰ ਧਰਤੀ ਹੈ ਖੰਡੂਰ ਸਾਹਿਬ। ਮਹਾਰਾਜ ਭੂਮਾਸਣ ਜ਼ਮੀਨ ਤੇ ਹੀ ਆਸਣ ਲਾ ਕੇ ਬੈਠ ਗਏ ਹਨ। ਖਾਨ ਪਾਨ ਕਰ ਕੈ ਤਿਸ ਥਾਈ। ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਜਿਹੜਾ ਮਹਾਰਾਜ ਦਾ ਵੱਡਾ ਦਰਬਾਰ ਹੈ, ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ, ਉੱਥੇ ਦੀਵਾਨ ਲਾ ਲਿਆ ਹੈ। ਸ਼੍ਰੀ ਅੰਗਦ ਇਸ ਥਾਨ ਅਗਾਰੀ। ਗੁਰੂ ਅੰਗਦ ਦੇਵ ਜੀ ਦੇ ਅੰਗੀਠੇ ਦੇ ਸਾਹਮਣੇ ਬੈਠੇ ਸਗਰੀ ਨਿਸਾ ਗੁਜ਼ਾਰੀ। ਸਾਰੀ ਰਾਤ ਬੈਠੇ ਹੀ ਗੁਜ਼ਾਰ ਦਿੱਤੀ ਹੈ। ਮਹਾਰਾਜ ਸਾਰੀ ਰਾਤ ਸੁੱਤੇ ਨਹੀਂ, ਚੌਂਕੜਾ ਲਾ ਲਿਆ ਤੇ ਕੀਰਤਨੀਆਂ ਨੂੰ ਕਿਹਾ ਵੀ ਕੀਰਤਨ ਕਰੋ। ਜਿਹੜੇ ਰਾਤ ਦੇ ਰਾਗ ਹਨ, ਭਿੱਜੀ ਭਿੰਨੀ ਰੈਣੜੀਐ ਚਾਮਕਣ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ। ਇਹੋ ਜੀ ਕਲਾ ਵਰਤੀ, ਕੀਰਤਨ ਹੋਆ ਰਹਿਣ ਸਬਾਈ। ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ। ਕੀਰਤਨ ਭਜਨ ਅਖੰਡ ਭਇਓ ਹੈ। ਲਗਾਤਾਰ ਅਖੰਡ ਕੀਰਤਨ, ਤਿੰਨ ਭੋਜਨ ਚੂਰਾ। ਸਾਰੀ ਰਾਤ ਹੀ ਅਖੰਡ ਕੀਰਤਨ ਦੀਆਂ ਧੁਨਾਂ ਉੱਠਦੀਆਂ ਰਹੀਆਂ। ਮਹਾਰਾਜ ਦੀ ਬਾਣੀ ਸਿੰਘ ਗਾਉਂਦੇ ਰਹੇ, ਗੁਰੂ ਕੇ ਪਿਆਰੇ ਰਬਾਬੀ ਤੇ ਸਤਵੇਂ ਪਾਤਸ਼ਾਹ ਜੀ ਸੁਣਦੇ ਰਹੇ। ਬਹੁ ਸੰਗਤ ਕੋ ਮੇਲ ਥਿਓ ਹੈ। ਬਹੁਤ ਸੰਗਤ ਦਾ ਮੇਲ ਹੋਇਆ।
ਇਕ ਸਿਮਰਨ ਦੂਜੇ ਗੁਰ ਦਰਸ਼ਨ। ਇੱਕ ਤਾਂ ਸਾਰੇ ਸਿਮਰਨ ਕਰਦੇ ਗੁਰੂ ਮਹਾਰਾਜ ਦੇ ਸਥਾਨ ਤੇ, ਧੰਨ ਗੁਰੂ ਅੰਗਦ ਦੇਵ ਜੀ ਦੇ ਅੰਗੀਠੇ ਤੇ ਜੁੜੇ ਹੈ। ਦੂਜੇ ਸਾਰੇ ਨਾਮ ਜਪ ਰਹੇ ਹੈ, ਮਹਾਰਾਜ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰ ਰਹੇ ਹੈ। ਕਰਹਿ ਸਿੱਖ ਸੰਗਤ ਉਰ ਹਰਸ਼ਨ। ਸਭ ਸਿੱਖ ਸੰਗਤਾਂ ਖੁਸ਼ ਹਨ, ਪ੍ਰਸੰਨ ਹਨ। ਰਹੀ ਜਾਮਨੀ ਜਬ ਹੂੰ ਜਾਮ। ਜਦੋਂ ਸਾਧ ਸੰਗਤ ਜੀ ਇੱਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲਾ 2:30 ਵਜੇ ਦਾ ਸਮਾਂ ਹੋਇਆ। ਉੱਠੇ ਗੁਰੂ ਆਨੰਦ ਕੇ ਧਾਮ। ਮਹਾਰਾਜ ਸਤਵੇਂ ਪਾਤਸ਼ਾਹ ਜੀ ਫਿਰ ਕੀਰਤਨ ਸਮਾਪਤ ਕਰਾ ਕੇ ਉੱਠੇ ਹਨ। ਨਿਤ ਕੀ ਕਿਰਿਆ ਕਰੀ ਇਸ਼ਨਾਨੇ। ਜੋ ਨਿਤ ਦੀ ਕਿਰਿਆ ਅੰਮ੍ਰਿਤ ਵੇਲੇ ਦੀ ਉਹ ਨਹੀਂ ਛੱਡੀ, ਮਰਿਆਦਾ ਪੱਕੀ ਰੱਖੀ ਹੈ। ਮਹਾਰਾਜ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ। 101 ਗਾਗਰ ਜਲ ਆਨੇ। 101 ਗਾਗਰ ਜਲ ਦੇ ਨਾਲ ਇਸ਼ਨਾਨ ਕਰਦੇ ਸਨ। ਸਤਵੇਂ ਪਾਤਸ਼ਾਹ ਜੀ ਸਿੱਖਾਂ ਨੇ ਖੂਹ ਤੋਂ ਪਾਣੀ ਭਰ ਭਰ ਕੇ ਗਾਗਰਾਂ ਲਿਆਂਦੀਆਂ ਹਨ। ਹੋਤ ਪ੍ਰਭਾਤ ਚੜ੍ਹਨ ਕੀ ਤਿਆਰੀ। ਜਦੋਂ ਦਿਨ ਚੜ੍ਹਨ ਲੱਗਾ ਹੈ ਤੇ ਮਹਾਰਾਜ ਘੋੜੇ ਤੇ ਕਾਠੀ ਪਵਾ ਲਈ ਹੈ। ਦਿਨ ਚੜ੍ਹਦਿਆਂ ਹੀ ਤਿਆਰੀਆਂ ਕਰ ਲਈਆਂ ਇੱਥੋਂ ਅੱਗੇ ਜਾਣ ਦੀਆਂ। ਸੈਨਾ ਕੋ ਸ੍ਰੀ ਗੁਰੂ ਉਚਾਰੀ। ਫੌਜ ਮਹਾਰਾਜ ਨਾਲ 2200 ਘੋੜ ਸਵਾਰ ਹੁੰਦੇ ਸੀਗੇ। ਪੂਰੀ ਫੌਜ ਨੂੰ ਚੱਲਣ ਦਾ ਹੁਕਮ ਦਿੱਤਾ ਹੈ। ਸਾਰੀ ਫੌਜ ਨੇ ਘੋੜੇ ਕੱਸ ਲਏ ਹਨ। ਜ਼ੀਨਤ ਰੰਗਨ ਪਾਵਨ ਲਾਗੇ। ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾਉਣ ਲੱਗੇ ਹਨ ਯੋਧੇ। ਭਟ ਭੇ ਸਨਦ ਪਹਿਨ ਤਨ ਬਾਗੇ। ਸੂਰਮੇ ਯੋਧੇ ਸਿੱਖ ਸਨੱਧਬੱਧ ਹੋਏ ਨੇ, ਕਮਰ ਕਸੇ ਕੀਤੇ ਨੇ, ਚੋਲੇ ਪਹਿਨੇ ਹੈ, ਸ਼ਸਤਰ ਬਸਤਰ ਸਜਾਏ ਸਾਰਿਆਂ ਨੇ। ਕਰ ਤਿਆਰੀ ਗੁਰ ਭਏ ਅਰੂੜ। ਜਦੋਂ ਤਿਆਰੀ ਕਰਕੇ ਮਹਾਰਾਜ ਸਤਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਨੇ। ਕੌਣ ਲਖੈ ਜਿਨ ਆਸ਼ੈ ਗੂੜ। ਧੰਨ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਦਾ ਆਸ਼ਾ ਬੜਾ ਗੂੜਾ ਹੈ, ਹਰ ਕੋਈ ਉਹਨਾਂ ਦੀ ਰਮਜ ਨਹੀਂ ਸਮਝ ਸਕਦਾ। ਸੰਸਾਰੀ ਜੀਵਾਂ ਦੇ ਵੱਸ ਦੀ ਕਿਆ ਬਾਤ ਹੈ ਜੋ ਗੁਰੂ ਦੇ ਹਿਰਦੇ ਦੀ ਗੱਲ ਸਮਝ ਸਕੇ। ਬਹੁਤ ਹੀ ਗੂੜੇ ਸਿਧਾਂਤ ਦੇ ਮਾਲਕ ਸਤਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਖੰਡੂਰ ਸਾਹਿਬ ਤੋਂ ਚੱਲਣ ਲੱਗੇ ਹਨ। ਦਾਰੇ ਕੀ ਔਰ ਪ੍ਰੀਤ ਵਿਚਾਰੀ। ਉਧਰੋਂ ਦਾਰਾ ਸ਼ਿਕੋ ਦੇ ਪ੍ਰੇਮ ਦੀ ਚਿੱਠੀ ਆ ਗਈ ਹੈ। ਹਟਵੇ ਤਿਆਰ ਕਰੀ ਅਸਵਾਰੀ। ਮਹਾਰਾਜ ਨੇ ਪਿਛਾਂ ਮੁੜਨ ਦੀ ਤਿਆਰੀ ਕਰ ਲਈ ਹੈ। ਇਤਨੇ ਮਹਿ ਸੂਰ ਚਲ ਆਇਓ। ਇਧਰ ਮਹਾਰਾਜ ਤੋਂ ਮੁੜਨ ਲੱਗੇ ਨੇ, ਉਧਰੋਂ ਅਸਵਾਰ ਵੀ ਘੋੜੇ ਤੇ ਸਵਾਰ ਚਿੱਠੀ ਲੈ ਕੇ ਪਹੁੰਚ ਗਿਆ ਹੈ। ਨਿਕਟ ਹੋਏ ਕਰ ਸੀਸ ਨਿਵਾਇਓ। ਉਹ ਘੋੜ ਸਵਾਰ ਨੇ ਗੁਰੂ ਸਾਹਿਬ ਦੇ ਨੇੜੇ ਆ ਕੇ ਮੱਥਾ ਟੇਕਿਆ ਹੈ। ਦਿਓ ਸ਼ੌਕਨਾਮਾ ਤਿਨ ਫੇਰ। ਤੇ ਦਾਰਾ ਸ਼ਿਕੋ ਦਾ ਸ਼ੌਕਨਾਮਾ ਚਿੱਠੀ ਜਿਹੜੀ ਉਹਨੇ ਭੇਜੀ ਸੀ ਦੁਬਾਰਾ ਲਿਖ ਕੇ ਵੀ ਗੁਰੂ ਜੀ ਮੈਂ ਤੁਹਾਡੇ ਦਰਸ਼ਨਾਂ ਲਈ ਆਇਆ ਤੇ ਮੈਨੂੰ ਆਪਣੇ ਮੁਕੱਦਸ ਪਵਿੱਤਰ ਦਰਸ਼ਨ ਦੀਦਾਰ ਬਖਸ਼ੋ। ਉਹ ਜਿਹੜੀ ਚਿੱਠੀ ਹੈ ਸਤਿਗੁਰੂ ਜੀ ਨੂੰ ਦਿੱਤੀ ਹੈ। ਲਿਖਿਓ ਭਾਉ ਤੇ ਪ੍ਰੇਮ ਕਨੇਰ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਚਿੱਠੀ ਪੜ੍ਹੀ ਹੈ। ਬੜੇ ਪ੍ਰੇਮ ਨਾਲ, ਬੜੀ ਭਾਵਨਾ ਦੇ ਨਾਲ ਉਹ ਚਿੱਠੀ ਲਿਖੀ ਹੈ। ਤੁਮ ਦਰਸ਼ਨ ਕੋ ਚਿਤ ਉਮਗਾਇਓ। हे ਸੱਚੇ ਪਾਤਸ਼ਾਹ ਜੀ, हे ਗਰੀਬ ਨਿਵਾਜ ਸਤਿਗੁਰੂ ਜੀ, ਮੈਂ ਦਾਰਾ ਸ਼ਿਕੋ ਹਿੰਦੁਸਤਾਨ ਦਾ ਵਲੀ ਐਦ ਹਾਂ, ਪਰ ਆਪ ਜੀ ਦੇ ਪਾਵਨ ਦਰਸ਼ਨ ਕਰਨ ਲਈ ਮੇਰਾ ਮਨ ਬਹੁਤ ਲੋਚਦਾ ਹੈ। ਚਾਹਤ ਰਹਿਓ ਨ ਅਵਸਰ ਪਾਇਓ। ਬੜੇ ਚਿਰਾਂ ਦਾ ਮੈਂ ਚਾਹੁੰਦਾ ਸੀ ਗਰੀਬ ਨਵਾਜ਼ ਆਪ ਜੀ ਦੇ ਦਰਸ਼ਨ ਹੋਣ, ਪਰ ਮੈਨੂੰ ਜ਼ਿੰਦਗੀ 'ਚ ਮੌਕਾ ਨਹੀਂ ਮਿਲਿਆ ਹਜੂਰ ਦੇ ਦਰਸ਼ਨ ਕਰਨੇ ਦਾ। ਮੈਂ ਅਬ ਆਵਤ ਹਾਂ ਇਸ ਦੇਸ਼। ਹੁਣ ਮੈਂ ਆਪ ਜੀ ਦੇ ਕੋਲ, ਆਪ ਜੀ ਦੇ ਦੇਸ਼ ਆ ਰਿਹਾ ਹਾਂ, ਭਾਵ ਮਾਝੇ ਦੇਸ਼ ਵਿੱਚ ਦਰਸ਼ਨਾਂ ਲਈ ਆ ਰਿਹਾ ਹਾਂ। ਇਹੋ ਦਰਸ਼ਨ ਮਨ ਪ੍ਰੇਮ ਵਿਸ਼ੇਸ਼। ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੇ ਪਵਿੱਤਰ ਦਰਸ਼ਨ ਦਿਦਾਰੇ ਬਖਸ਼ੋ। ਘਾਟ ਵਿਪਾਸਾ ਮੈਂ ਚਲ ਆਇਓ। ਇਹ ਸੱਚੇ ਪਾਤਸ਼ਾਹ ਮੈਂ ਸਮਝੋ ਬਿਆਸਾ ਦਰਿਆ ਦੇ ਨੇੜੇ ਪਹੁੰਚ ਗਿਆ ਹਾਂ। ਨਹੀਂ ਬਿਲਮ ਮੁਝ ਕੋ ਲਖ ਪਾਇਓ। ਬਸ ਮੈਂ ਤੁਹਾਡੇ ਤੋਂ ਇੱਕ ਦਿਨ ਦੀ ਵੱਧ ਤੋਂ ਵੱਧ ਦੂਰੀ ਹੈ ਤੇ ਮੈਂ ਦਰਿਆ ਪਾਰ ਕਰਕੇ ਅੱਜ ਜਾਂ ਕੱਲ ਤੁਹਾਨੂੰ ਮਿਲ ਸਕਦਾ ਹਾਂ। ਇਤ ਪੁੱਤ ਕਿਤੇ ਦੂਰ ਜੇ ਹੋਹੂ। ਜੇ ਮਹਾਰਾਜ ਆਪ ਜੀ ਕਿਤੇ ਦੂਰ ਦੁਰਾਡੇ ਹੋ ਕਿਰਪਾ ਧਾਰ ਦੇਹੁ ਦਰਸ਼ਨ ਮੋਹੂ। ਤਾਂ ਕਿਰਪਾ ਕਰਕੇ ਮੈਨੂੰ ਦਰਸ਼ਨ ਜ਼ਰੂਰ ਦੇਣੇ, ਕਿਉਂਕਿ ਮੇਰੇ ਮਨ ਵਿੱਚ ਸੱਧਰ ਹੈ ਜ਼ਿੰਦਗੀ ਵਿੱਚ ਆਪ ਜੀ ਦੇ ਪਾਵਨ ਦਰਸ਼ਨ ਕਰ ਲਵਾਂ। ਗੁਰੂ ਦੇ ਦਰਸ਼ਨ ਸਾਧ ਸੰਗਤ ਜੀ, ਕਿੰਨੀ ਮਹਾਰਾਜ ਦੀ ਬਾਣੀ 'ਚ ਮਹਿਮਾ ਹੈ ਗੁਰੂ ਦੇ ਦਰਸ਼ਨਾਂ ਦੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ।
ਸੱਚੇ ਪਾਤਸ਼ਾਹ ਆਪਣੇ ਦਰਸ਼ਨ ਦਿਦਾਰੇ ਬਖਸ਼ਣੇ। ਡਾਰ ਲਗਿਓ ਨੌ ਰੰਗ ਕੋ ਲਸ਼ਕਰ, ਤੇ ਮੇਰੇ ਪਿੱਛੇ ਔਰੰਗਜ਼ੇਬ ਦਾ ਲਸ਼ਕਰ ਲੱਗਾ ਹੋਇਆ ਹੈ। ਉਹ ਔਰੰਗਜ਼ੇਬ ਮੇਰਾ ਭਰਾ ਮੇਰੀਆਂ ਫੌਜਾਂ ਦਾ ਪਿੱਛਾ ਕਰ ਰਿਹਾ ਹੈ। ਉਹਦੇ ਸਾਹਮਣੇ ਮੇਰੇ ਕੋਲ ਫੌਜਾਂ ਬਹੁਤ ਘੱਟ ਹਨ। ਔਰੰਗਜ਼ੇਬ ਦੇ ਕੋਲ ਬਹੁਤ ਵੱਡੀ ਤਾਕਤ ਆ ਚੁੱਕੀ ਹੈ। ਆਵਤ ਉਮੜਿਓ ਜਿਉ ਬੜ ਜਲ ਧਰ, ਜਿਵੇਂ ਕੋਈ ਸਮੁੰਦਰ 'ਚ ਸੁਨਾਮੀ ਆ ਗਈ ਹੋਵੇ, ਵੱਡਾ ਸਮੁੰਦਰ ਉਛਲ ਕੇ ਆ ਰਿਹਾ ਹੋਵੇ, ਏਦਾਂ ਮੇਰਾ ਭਰਾ ਮੇਰੇ ਪਿੱਛੇ ਭਾਰੀ ਫੌਜਾਂ ਲੈ ਕੇ ਆ ਰਿਹਾ ਹੈ। ਨਾਹੇ ਤਾਂ ਮੈਂ ਆਵਤ ਜਿਤ ਹੋਤੇ, ਜੇ ਮੇਰੇ ਪਿੱਛੇ ਇਹ ਖਤਰਾ ਨਾ ਹੁੰਦਾ ਤਾਂ ਜਿੱਥੇ ਵੀ ਗੁਰੂ ਜੀ ਤੁਸੀਂ ਹੁੰਦੇ ਮੈਂ ਉੱਥੇ ਹੀ ਪਹੁੰਚ ਕੇ ਦਰਸ਼ਨ ਕਰ ਲੈਂਦਾ। ਹੁਣ ਮਜਬੂਰੀ ਸਮੇਂ ਦੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ। ਤੁਸੀਂ ਮੈਨੂੰ ਕਿਰਪਾ ਕਰਕੇ ਜਿੱਥੇ ਵੀ ਹੋਰ ਇੱਕ ਦਿਨ ਵਾਸਤੇ ਗੋਇੰਦਵਾਲ ਸਾਹਿਬ ਦੇ ਨੇੜੇ ਆ ਕੇ ਦਰਸ਼ਨ ਬਖਸ਼ ਦਿਓ। ਤੁਮ ਦਰਸ਼ਨ ਤੇ ਆਨੰਦ ਉਦੋਤੇ, ਤੁਹਾਡੇ ਦਰਸ਼ਨਾਂ ਨਾਲ ਮੈਨੂੰ ਬੜਾ ਆਨੰਦ ਆਵੇਗਾ। ਇਹ ਮੇਰਾ ਵਿਸ਼ਵਾਸ ਹੈ ਕਿ ਜਿਹੜੇ ਮੇਰੇ ਕੰਮ ਰੁਕੇ ਹੋਏ ਨੇ ਅਧਿਆਤਮਿਕ ਤੌਰ ਤੇ, ਰੂਹਾਨੀਅਤ ਤੌਰ ਤੇ, ਉਹ ਸਾਰੇ ਤੁਹਾਡੇ ਦਰਸ਼ਨਾਂ ਨਾਲ ਪੂਰੇ ਹੋ ਜਾਣਗੇ। ਸੁਨਿਓ ਸ਼ੌਕਨਾਮਾ ਹਟ ਚਲੇ, ਜਦੋਂ ਇਹ ਸ਼ੌਕਨਾਮਾ ਸੁਣਿਆ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਖੰਡੂਰ ਸਾਹਿਬ ਤੋਂ ਘੋੜੇ ਦੀਆਂ ਵਾਗਾਂ ਪਿਛਾਂ ਨੂੰ ਮੋੜ ਲਈਆਂ। ਗੋਇੰਦਵਾਲ ਪੰਥ ਜੋ ਭਲੇ, ਸ੍ਰੀ ਖੰਡੂਰ ਸਾਹਿਬ ਜੀ ਤੋਂ ਸ੍ਰੀ ਗੋਇੰਦਵਾਲ ਸਾਹਿਬ 8 ਕਿਲੋਮੀਟਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਧਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਨੂੰ ਤੁਰ ਪਏ ਹਨ। ਦਾਰ ਸ਼ਕੋਹ ਜੋ ਦੂਤ ਪਠਾਵਾ, ਦਾਰਾ ਸ਼ਿਕੋਹ ਨੇ ਜੋ ਦੂਤ ਭੇਜਿਆ ਸੀ, ਗਮਨਤ ਭੋਜਨ ਹੇਤ ਅਲਾਵਾ, ਉਹ ਵੀ ਨਾਲ ਨਾਲ ਤੁਰਿਆ ਜਾਂਦਾ ਤੇ ਉਹਨੂੰ ਸਤਿਗੁਰੂ ਜੀ ਪੁੱਛਦੇ ਹਨ। ਕਿਹ ਥਲ ਬਲੀ ਅਹਿਦ ਕੋ ਛੋੜ, ਮਹਾਰਾਜ ਪੁੱਛਦੇ ਨੇ ਉਸ ਦੂਤ ਨੂੰ, ਇਹ ਭਾਈ ਤੂੰ ਦੱਸ ਦਾਰਾ ਸ਼ਿਕੋਹ ਨੂੰ ਬਲੀਐਦ ਨੂੰ ਕਿੱਥੇ ਛੱਡ ਕੇ ਆਇਆ ਹੈ? ਆਏ ਪਹੁੰਚੋ ਹਮਰੀ ਓਰ, ਉਹ ਕਹਿ ਰਿਹਾ ਮੈਂ ਆ ਰਿਹਾ, ਤੇ ਕਿੱਥੇ ਕੁ ਆਇਆ ਹੈ, ਕਿੰਨੀ ਕੁ ਦੂਰੀ ਤੇ ਹੈ? ਸੁਨ ਤਿਸ ਨੈ ਸਭ ਕਹਿਓ ਬਨਾਏ, ਉਸ ਦੂਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਤਜ ਸ਼੍ਰੀ ਨਗਰ ਤਰੇ ਉਤਰਾਏ, ਅਸੀਂ ਪਹਿਲਾਂ ਤਾਂ ਗਏ ਸੀ ਸ੍ਰੀ ਨਗਰ ਦੇ ਪਹਾੜਾਂ ਵਿੱਚ, ਜੋ ਸ੍ਰੀ ਹੇਮਕੁੰਡ ਸਾਹਿਬ ਦੇ ਰਸਤੇ 'ਚ ਵਾਲਾ ਸ੍ਰੀ ਨਗਰ ਹੈ। 2 ਸ੍ਰੀ ਨਗਰ ਹਨ, ਇੱਕ ਜੰਮੂ ਕਸ਼ਮੀਰ ਵੱਲ ਸ੍ਰੀ ਨਗਰ ਹੈ, ਇੱਕ ਸ੍ਰੀ ਹੇਮਕੁੰਡ ਸਾਹਿਬ ਦੇ ਰਸਤੇ 'ਚ ਗੜਵਾਲ ਰਿਆਸਤ ਦੀ ਰਾਜਧਾਨੀ ਸ੍ਰੀ ਨਗਰ ਹੈ। ਟੀਰੀ ਗੜਵਾਲ ਜਿਹਨੂੰ ਕਹਿੰਦੇ ਆ। ਕਹਿੰਦੇ ਸ੍ਰੀ ਨਗਰ ਦੇ ਇਲਾਕੇ ਵਿੱਚ ਅਸੀਂ ਗਏ ਸੀ, ਪਰ ਉੱਥੇ ਸਾਡਾ ਗੁਜ਼ਾਰਾ ਨਹੀਂ ਹੋਇਆ। ਉੱਥੋਂ ਸਾਨੂੰ ਵਾਪਸ ਪਰਤਣਾ ਪਿਆ। ਕੀਰਤਪੁਰ ਰਾਵਰ ਇਸ ਥਾਨੇ, ਤੇ ਕੀਰਤਪੁਰ ਸਾਹਿਬ ਜੋ ਆਪ ਜੀ ਦੀ ਧਰਤੀ ਹੈ, ਗੁਰੂ ਮਹਾਰਾਜ ਦੀ ਨਗਰੀ ਹੈ, ਨਿਸ ਬਿਸਰਾਮਤ ਕੋਚ ਪਿਆਨੇ, ਇੱਕ ਰਾਤ ਅਸੀਂ ਉੱਥੇ ਵਿਸ਼ਰਾਮ ਕੀਤਾ ਹੈ। ਕੀਰਤਪੁਰ ਸਾਹਿਬ ਦੇ ਵਿੱਚ ਰਹੇ ਹਾਂ, ਫਿਰ ਉੱਥੋਂ ਪਿਆਨਾ ਕੀਤਾ ਹੈ। ਲਗਿਓ ਅਰੂੜਨ ਮੋਹੇ ਪਠਾਇਓ, ਤੇ ਜਦੋਂ ਚੱਲਣ ਲੱਗਾ ਸੀ ਦਾਰਾ ਸ਼ਿਕੋਹ, ਤੇ ਉਹਨੇ ਮੈਨੂੰ ਪਹਿਲਾਂ ਭੇਜਤਾ ਸੀ ਵੀ ਗੁਰੂ ਸਾਹਿਬ ਨੂੰ ਕਹੋ ਕਿ ਮੈਨੂੰ ਛੇਤੀ ਨਾਲ ਦਰਸ਼ਨ ਦੇ ਦੇਣ। ਅਧਿਕ ਬੇਗ ਕਰ ਮੈਂ ਇਤ ਆਇਓ, ਤੇ ਗੁਰੂ ਜੀ ਮੈਂ ਬੜੀ ਤੇਜ਼ੀ ਨਾਲ ਘੋੜਾ ਦੌੜਾ ਕੇ ਤੁਹਾਡੇ ਕੋਲ ਪਹੁੰਚਿਆ ਹਾਂ। ਮਮ ਪਿੱਛੇ ਹੀ ਆਵਤ ਸੋਏ, ਜਿਵੇਂ ਮੈਂ ਆਇਆ ਹਾਂ ਮੇਰੇ ਪਿੱਛੇ ਹੀ ਦਾਰਾ ਸ਼ਿਕੋਹ ਆਪਣੀ ਫੌਜ ਸਮੇਤ ਆ ਰਿਹਾ ਹੈ। ਤੀਰ ਬਿਪਾਸਾ ਦੇਰ ਨਾ ਕੋਏ, ਮਹਾਰਾਜ ਬਿਆਸਾ ਨਦੀ ਦਾ ਕਿਨਾਰਾ, ਅਸੀਂ ਉਰਲੇ ਪਾਸੇ ਹਾਂ, ਉਹ ਪਰਲੇ ਪਾਸੇ ਹੈ। ਬਸ ਨਦੀ ਪਾਰ ਕਰਕੇ ਮਿਲਣਾ ਹੈ। ਆਪ ਜੀ ਨੂੰ ਛੇਤੀ ਨਾਲ ਮਿਲੇਗਾ। ਇਤ ਤੇ ਕਿਰਪਾ ਕਰੇ ਤੁਮ ਚਾਲੇ, ਇਧਰੋਂ ਆਪ ਜੀ ਕਿਰਪਾ ਕਰਕੇ ਚੱਲ ਪਇਓ ਉਸ ਨੂੰ ਦਰਸ਼ਨ ਦੇਣ ਵਾਸਤੇ। ਉਤ ਤੇ ਆਏ ਮਿਲੈ ਸੁਖ ਨਾਲੇ, ਉਧਰੋਂ ਉਹ ਵੀ ਸੁਖ ਨਾਲ ਤੁਹਾਨੂੰ ਆ ਕੇ ਮਿਲੇਗਾ। ਇਮ ਬੂਝਤ ਗਮਨੇ ਮਗ ਜਾਏ, ਇਸ ਤਰ੍ਹਾਂ ਸਤਿਗੁਰੂ ਜੀ ਉਸ ਦੂਤ ਕੋਲੋਂ ਪੁੱਛਦੇ ਹੋਏ ਗੱਲਾਂ ਬਾਤਾਂ ਬਚਨ ਬਿਲਾਸ ਕਰਦੇ ਖੰਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਹਨ। ਸ੍ਰੀ ਸਤਿਗੁਰ ਪੂਰਨ ਹਰਿ ਖਾਏ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬੜੀ ਪ੍ਰਸੰਨਤਾ ਦੇ ਨਾਲ ਤੁਰੇ ਜਾਂਦੇ ਹਨ। ਆਏ ਪਹੁੰਚੇ ਗੋਇੰਦਵਾਲ, ਉਹ ਥੋੜੇ ਹੀ ਸਮੇਂ ਵਿੱਚ ਖੰਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਦੁੰਦਬ ਬਾਜਤ ਚੰਮੂ ਵਿਸਾਲ, ਅੱਗੇ ਅੱਗੇ ਨਗਾਰੇ ਵੱਜਦੇ ਹਨ, ਨਿਸ਼ਾਨ ਸਾਹਿਬ ਝੂਲਦੇ ਹਨ। 2200 ਘੋੜ ਸਵਾਰਾਂ ਦੀ ਫੌਜ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਹੈ।
ਉਤਰੇ ਕੁਲ ਬਿਪਾਸਾ ਹੇਰੇ। ਔਰ ਸਾਧ ਸੰਗਤ ਜੀ ਬਿਆਸਾ ਨਦੀ ਦੇ ਕਿਨਾਰੇ ਤੇ ਆ ਕੇ ਉਤਰੇ ਹਨ। ਜੁਤ ਬਿਸਤਾਰ ਸੈਨ ਕੇ ਡੇਰੇ। ਮਹਾਰਾਜ ਸਤਿਗੁਰੂ ਹਰਿਰਾਏ ਸਾਹਿਬ ਜੀ ਆਪਣੀਆਂ ਫੌਜਾਂ ਸਮੇਤ 2200 ਫੌਜਾਂ ਸਮੇਤ ਛਾਉਣੀ ਪਾ ਲਈ ਹੈ। ਦੋਹਰਾ ਸਿੱਖ ਸੇਵਕ ਪੁਰ ਗ੍ਰਾਮ ਢਿਗ। ਸ੍ਰੀ ਗੁਰੂ ਗੋਇੰਦਵਾਲ ਸਾਹਿਬ ਦੇ ਸਿੱਖਾਂ ਸੇਵਕਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਫੇਰ ਆ ਗਏ ਹਨ। ਬੜੀ ਖੁਸ਼ੀ ਹੋਈ। ਸਾਰੇ ਨਗਰ ਨਿਵਾਸੀ ਫਿਰ ਸਤਿਗੁਰਾਂ ਦੀ ਸੇਵਾ 'ਚ ਹਾਜ਼ਰ ਹੋ ਗਏ। ਦੀਨੇ ਸਕਲ ਬੁਲਾਏ। ਸਾਰਿਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਇੱਥੇ ਹੀ ਬੁਲਾ ਲਿਆ। ਆਲੇ ਦੁਆਲੇ ਗੋਇੰਦਵਾਲ ਸਾਹਿਬ ਦੇ ਮਾਝਾ ਦੇਸ਼ ਹੈ। ਸਾਰੇ ਪਿੰਡ ਗੁਰਸਿੱਖਾਂ ਦੇ ਹਨ। ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰੇਮ ਹੀ ਇਤਨਾ ਜ਼ਿਆਦਾ ਹੋਇਆ ਸ੍ਰਿਸ਼ਟੀ ਭਰ ਦੇ ਵਿੱਚ। ਹਿੰਦੂ ਮੁਸਲਮਾਨ ਜਿੱਥੇ ਹਜ਼ਾਰਾਂ ਮੀਲਾਂ ਤੋਂ ਲੋਕ ਆਉਂਦੇ ਸੀ, ਉਸ ਇਲਾਕੇ ਦੇ ਲੋਕ ਵੀ ਤਾਰੇ ਗਏ। ਸਾਰਿਆਂ ਨੂੰ ਮਹਾਰਾਜ ਬੜੀਆਂ ਬਖਸ਼ਿਸ਼ਾਂ ਕੀਤੀਆਂ। ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਸੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਗੋਇੰਦਵਾਲ ਸਾਹਿਬ ਤੇ ਇਲਾਕੇ ਦੇ ਸਾਰੇ ਸਿੱਖ ਇਕੱਠੇ ਹੋ ਗਏ। ਆਯੁਧ ਧਾਰੀ ਸੂਰਮੇ। ਮਹਾਰਾਜ ਦੇ ਕੋਲ 2200 ਸ਼ਸਤਰਧਾਰੀ ਸੂਰਮੇ ਯੋਧੇ ਸਨ। ਦਾਸ ਭਏ ਸਮੁਦਾਏ। ਉਹ ਸਾਰੇ ਸੇਵਾਦਾਰ ਵੀ, ਫੌਜੀ ਵੀ, ਸੰਗਤਾਂ ਵੀ, ਕਈ ਹਜ਼ਾਰਾਂ ਦਾ ਇਕੱਠ ਹੋ ਗਿਆ। 2200 ਤਾਂ ਗੁਰੂ ਦੀ ਫੌਜ ਹੀ ਸੀ ਨਾ, ਘੋੜਸਵਾਰਾਂ ਦੀ। ਬਾਕੀ ਹਜ਼ਾਰਾਂ ਸਿੱਖ ਸੰਗਤਾਂ ਵੀ ਆ ਗਈਆਂ। ਜਦੋਂ ਸਾਰੇ ਇਕੱਠੇ ਹੋ ਗਏ ਰੌਣਕਾਂ ਲੱਗ ਗਈਆਂ। ਗੋਇੰਦਵਾਲ ਸਾਹਿਬ ਮੇਲੇ ਵਾਲਾ ਮਾਹੌਲ ਬਣ ਗਿਆ। ਦੋਹਰਾ ਕੀਰਤਪੁਰ ਡੇਰਾ ਕੀਓ। ਸ੍ਰੀ ਕੀਰਤਪੁਰ ਸਾਹਿਬ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਗਏ ਸਨ ਤੇ ਦਾਰਾ ਸ਼ਿਕੋ ਨੇ ਉੱਥੇ ਆ ਕੇ ਡੇਰਾ ਕੀਤਾ ਸੀ। ਜਸ ਗੁਰ ਕੋ ਸੁਨ ਕਾਨ। ਤੇ ਉਥੋਂ ਗੁਰੂ ਘਰ ਦਾ ਜਸ ਸੁਣ ਕੇ ਦਾਰਾ ਸ਼ਿਕੋ ਤੁਰ ਪਿਆ ਸੀ। ਔਰ ਹਰਖਿਓ ਸੁਖ ਕੋ ਲਹਿਓ। ਮਨ 'ਚ ਬੜਾ ਖੁਸ਼ ਹੋਇਆ ਵੀ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ। ਦਾਰਸ਼ ਕੋ ਸੁਜਾਨ। ਦਾਰਾ ਸ਼ਿਕੋ ਬੜਾ ਸਿਆਣਾ ਸਮਝਦਾਰ ਸੀ। ਗੁਰੂ ਸਾਹਿਬ ਦੇ ਦਰਸ਼ਨਾਂ ਦੀ ਭਾਵਨਾ ਲੈ ਕੇ ਆਇਆ ਹੈ। ਜੋ ਪਈ ਆਪਣੇ ਉਮਰਾਵਨ ਕੇ ਸਾਥ। ਦਾਰਾ ਸ਼ਿਕੋ ਆਪਣੇ ਉਮਰਾਵਾਂ ਨੂੰ ਨਾਲ ਲੈ ਕੇ ਆਇਆ ਹੈ। ਬੋਲਿਓ ਤਬ ਹੈ ਸੁਨੀ ਮੈਂ ਗਾਥ। ਤੇ ਇਸ ਤਰ੍ਹਾਂ ਕਹਿਣ ਲੱਗਾ, ਕਹਿੰਦਾ ਜੀ ਮੈਂ ਇਹ ਬਚਨ ਸੁਣਿਆ, ਇਹ ਕਥਾ ਸੁਣੀ ਹੈ। ਸ਼੍ਰੀ ਨਾਨਕ ਭੇ ਪੀਰਨ ਪੀਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ ਹੋਏ ਹਨ। ਜਿਨ ਮਹਿ ਅਜ਼ਮਤ ਮਹਾ ਗੰਭੀਰ। ਜਿਨ੍ਹਾਂ ਵਿੱਚ ਬੜੀ ਡੂੰਘੀ ਕਲਾ ਸੀ, ਬੜੀ ਸ਼ਕਤੀ ਅਜ਼ਮਤ ਸੀ। ਬਹੁ ਲੋਕਨ ਕੋ ਦੀਨਸ ਗਿਆਨ। ਜਿਨ੍ਹਾਂ ਨੇ ਬੜੀ ਦੁਨੀਆ ਨੂੰ ਗਿਆਨ ਦਿੱਤਾ ਹੈ, ਖੰਡਾਂ ਬ੍ਰਹਮੰਡਾਂ ਦੇ ਲੋਕਾਂ ਨੂੰ ਤਾਰਿਆ ਹੈ। ਕਰੇ ਉਧਾਰਨ ਬਿਦਤ ਜਹਾਨ। ਗੁਰੂ ਨਾਨਕ ਦੇਵ ਜੀ ਨੇ ਜਹਾਨ ਹੀ ਤਾਰ ਦਿੱਤਾ, ਤਾਰਿਆ ਜਹਾਨ, ਲਾਹਿਆ ਅਭਿਮਾਨ। ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋਂ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਗੁਰੂ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਸ੍ਰਿਸ਼ਟੀ ਦਾ ਉਧਾਰ ਕੀਤਾ ਹੈ। ਗਾਦੀ ਪਰ ਤਿਨ ਕੇ ਪਛਾਤ। ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ ਉੱਤੇ ਜੋ ਬੈਠੇ ਤਿਸ ਜਸ ਅਵਿਦਾਤ। ਜਿਹੜੇ ਗੁਰੂ ਮਹਾਂਪੁਰਸ਼ ਬੈਠੇ ਹਨ, ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੀ ਵੀ ਬੜੀ ਮਹਿਮਾ ਸੁਣੀ ਹੈ। ਸੰਤ ਅਨੇਕ ਬੇਸ ਕੇ ਮਿਲੇ। ਦਾਰਾ ਸ਼ਿਕੋ ਕਹਿੰਦਾ ਮੈਨੂੰ ਜ਼ਿੰਦਗੀ 'ਚ ਬੜੇ ਬੜੇ ਸੰਤ ਮਿਲੇ ਆ, ਅਨੇਕਾਂ ਭੇਸ਼ਾਂ ਦੇ, ਸੰਨਿਆਸੀ ਵੀ, ਬੈਰਾਗੀ ਵੀ, ਜੋਗੀ ਵੀ, ਜੰਗਮ ਵੀ, ਮੁਸਲਮਾਨਾਂ ਦੇ ਫਕੀਰ ਵੀ, ਜਿਹੜੇ ਜਿਹੜੇ ਵੀ ਲੋਕ ਮਿਲੇ ਹਨ, ਸੰਤ ਮਹਾਤਮਾ ਮਹਾਂਪੁਰਸ਼। ਜਹਾਂ ਪ੍ਰਸੰਗ ਇਨਹੋਂ ਕਾ ਚਲੇ। ਉਹਨਾਂ ਦੇ ਸਾਹਮਣੇ ਜਿੱਥੇ ਵੀ ਗੁਰੂ ਨਾਨਕ ਦੇ ਘਰ ਦੀ ਗੱਲ ਚੱਲੀ ਹੈ, ਤਹ ਤਹ ਸੁਜਸ ਸਕਲ ਨੇ ਕਹਿਓ। ਉਹਨਾਂ ਸਾਰਿਆਂ ਨੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦਾ ਜਸ ਹੀ ਕਿਹਾ। ਭਾਵੇਂ ਕੋਈ ਸੰਨਿਆਸੀ, ਭਾਵੇਂ ਕੋਈ ਬੈਰਾਗੀ, ਭਾਵੇਂ ਕੋਈ ਜੋਗੀ, ਭਾਵੇਂ ਕੋਈ ਜੰਗਮ, ਭਾਵੇਂ ਕੋਈ ਕਿਸੇ ਸੰਪਰਦਾ ਦਾ ਸਾਧੂ ਹੋਵੇ। 500 ਤੋਂ ਉੱਤੇ ਸੰਪਰਦਾਵਾਂ ਸਨਾਤਨ ਧਰਮ ਦੇ ਵਿੱਚ ਮੰਨੀਆਂ ਜਾਂਦੀਆਂ ਹਨ। ਭਾਈ ਪੰਡਤ ਗਣੇਸ਼ਾ ਸਿੰਘ ਜੀ ਮਹਾਂਪੁਰਸ਼ ਹੋਏ ਨੇ, ਖੁੱਡਾ ਨਿਵਾਸੀ, ਹੁਸ਼ਿਆਰਪੁਰ ਵਾਲੇ। ਉਹਨਾਂ ਨੇ ਇੱਕ ਗ੍ਰੰਥ ਲਿਖਿਆ, ਭਾਰਤ ਮਤ ਦਰਪਣ। ਭਾਰਤ ਮਤ ਦਰਪਣ ਗ੍ਰੰਥ ਦੇ ਵਿੱਚ ਹਿੰਦੁਸਤਾਨ ਦੀਆਂ ਵੱਖ-ਵੱਖ ਸੰਪਰਦਾਵਾਂ ਦਾ ਸਾਰਾ ਇਤਿਹਾਸ ਲਿਖਿਆ ਹੈ। ਕਿਹੜੀ ਸੰਪਰਦਾ ਕਿੱਥੋਂ ਚੱਲੀ ਹੈ, ਕਿਹੜੀ ਸੰਪਰਦਾ ਕਿੱਥੋਂ ਚੱਲੀ ਹੈ, ਕਿਹੜੀ ਸੰਪਰਦਾ ਦਾ ਕੀ ਇਤਿਹਾਸ ਹੈ,
ਉਹਦੇ ਵਿੱਚ 530 ਤੋਂ ਉੱਤੇ ਸਾਧ ਸੰਗਤ ਦੀ ਸੰਪਰਦਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜਿਹੜੀ ਸੰਪਰਦਾ ਹੈ ਇਹਦੀ ਸਾਰੇ ਤਾਰੀਫ ਕਰਦੇ ਹੈ। ਕੋਈ ਰੱਬ ਵੱਲੋਂ ਨਾ ਮਾਰਿਆ ਹੋਵੇ ਨਿੰਦਕ। ਕਈ ਬੰਦੇ ਗੁਰੂ ਮਹਾਰਾਜ ਦਾ ਜਾਂ ਕਿਸੇ ਦਾ ਵੀ ਪ੍ਰਤਾਪ ਦੇਖ ਕੇ ਨਹੀਂ ਜਰ ਸਕਦੇ। ਉਹ ਕਈ ਸਾਡੇ ਸੰਤ ਕਹਿੰਦੇ ਹੁੰਦੇ ਸੀ, ਕਹਿੰਦੇ ਸਾਡੇ ਨਾਲ ਇੱਕ ਸਾਧ ਰਹਿੰਦਾ ਸੀ ਮੰਡਲੀ ਦੇ ਵਿੱਚ, ਤੇ ਉਹ ਇੰਨਾ ਸੜਿਆ ਸੀਗਾ, ਇੰਨਾ ਸੜੇ ਸੁਭਾਅ ਦਾ ਸੀ ਵੀ ਜੇ ਉਹਦੀ ਵੀ ਕੋਈ ਤਾਰੀਫ ਕਰ ਦੇਵੇ ਹੋਰ ਸੜ ਜਾਂਦਾ ਸੀ। ਦੂਜੇ ਦੀ ਤਾਰੀਫ ਤਾਂ ਕੀ ਸੁਣੇਗਾ, ਜੇ ਉਹਦੀ ਤਾਰੀਫ ਵੀ ਕਰਦੀ ਹੈ ਨਾ ਵੀ ਆਪ ਤਾਂ ਬਹੁਤ ਅੱਛੇ ਹੈ, ਤਾਂ ਉਹ ਇਹਨੂੰ ਇਸ ਗੱਲ ਤੋਂ ਵੀ ਮਿਰਚਾਂ ਲੱਗ ਜਾਂਦੀਆਂ ਨੇ, ਮੈਨੂੰ ਅੱਛਾ ਕਿਉਂ ਕਹਿਤਾ। ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਕਿਸੇ ਦੀ ਵੀ ਤਾਰੀਫ ਨਹੀਂ ਸੁਣ ਸਕਦੇ, ਆਪਣੀ ਵੀ ਨਹੀਂ ਸੁਣ ਸਕਦੇ। ਉਹਦਾ ਪੰਥ ਖਾਲਸੇ ਨਾਲ ਖਾਰ ਖਾਣ, ਭਾਵੇਂ ਉਹ ਮੁਸਲਮਾਨਾਂ 'ਚ ਹੋਣ, ਭਾਵੇਂ ਹਿੰਦੂਆਂ 'ਚ ਹੋਣ, ਤੇ ਭਾਵੇਂ ਅੱਜ ਕੱਲ੍ਹ ਸਾਡੇ ਵਿੱਚ ਹੀ ਸਾਡੇ ਵਰਗੇ ਹੀ ਬਣ ਗਏ, ਦਾੜੀਆਂ ਕੇਸ ਵੀ ਰੱਖੇ, ਕਿਰਪਾਨਾਂ ਵੀ ਪਾਈਆਂ, ਪਰ ਮਹਾਰਾਜ ਦਾ ਪੰਥ ਚੰਗਾ ਨਹੀਂ ਲੱਗਦਾ। ਪੰਥ ਦੀ ਨਿੰਦਾ ਕਰਦੇ ਆ, ਬਾਣੀ ਦੀ ਨਿੰਦਾ ਕਰਦੇ ਆ, ਬਾਣੇ ਦੀ ਨਿੰਦਾ ਕਰਦੇ ਆ, ਖਾਲਸੇ ਪੰਥ ਦੀਆਂ ਪਰੰਪਰਾਵਾਂ ਦੀ ਨਿੰਦਾ ਕਰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ, ਨਾ ਇਤਿਹਾਸ ਪੜ੍ਹਿਆ, ਨਾ ਬਾਣੀ ਪੜ੍ਹੀ, ਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਮੇਲੇ ਕਿਸ ਸਥਾਨਾਂ ਦੇ ਘੁੰਮ ਕੇ ਕੀਤੇ। ਸਿੱਖੀ ਸਾਧ ਸੰਗਤ ਦੀ ਗੱਲਾਂ ਬਾਤਾਂ ਨਾਲ ਥੋੜ੍ਹਾ ਹੁੰਦੀ ਹੈ, ਇਹ ਤਾਂ ਕਮਾਈ ਕਰਨੀ ਪੈਂਦੀ। ਇੱਕ ਸਾਧਨ ਇਹ ਹੈ ਵੀ ਜਿੰਨੇ ਗੁਰਦੁਆਰੇ ਹਨ ਇਤਿਹਾਸੀ, ਉਹਨਾਂ ਦੀ ਯਾਤਰਾ ਕਰਕੇ ਆਓ। ਯਾਤਰਾ ਕਰਨ ਨਾਲ ਸ਼ਰਧਾ ਬਣਦੀ ਹੈ। ਫਿਰ ਉਹਨਾਂ ਇਤਿਹਾਸੀ ਸਥਾਨਾਂ 'ਤੇ ਜਾਣਾ, ਉੱਥੋਂ ਦਾ ਇਤਿਹਾਸ ਪੜ੍ਹ ਕੇ ਭਾਵਨਾ ਬਣੇ, ਇੱਥੇ ਮੇਰੇ ਗੁਰੂ ਨੇ ਆਹ ਕੌਤਕ ਕੀਤਾ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਦਾ। ਇਤਿਹਾਸ ਪੜ੍ਹਨ ਨਾਲ ਫਿਰ ਕਥਾ ਸੁਣੇ, ਸਾਰੀ ਸੂਰਜ ਪ੍ਰਕਾਸ਼ ਦੀ ਸਾਰੀ ਕਥਾ ਸੁਣੇ, ਫਿਰ ਦਸਮ ਪਾਤਸ਼ਾਹ ਦੀ ਬਾਣੀ ਦੀ ਕਥਾ ਸੁਣੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਕਥਾ ਸੁਣੇ, ਫਿਰ ਜਾ ਕੇ ਪਤਾ ਲੱਗਦਾ ਕੁਝ। ਤੇ ਗੱਲਬਾਤ ਤਾਂ ਸਾਡੀ ਹਾਲਤ ਤਾਂ ਇਹ ਹੈ ਵੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਆਉਂਦਾ, ਮੂਲ ਮੰਤਰ ਵੀ ਨਹੀਂ ਆਉਂਦਾ, ਤੇ ਕਿੰਤੂ ਪਰੰਤੂ ਅਸੀਂ ਕਿਸੇ ਚੀਜ਼ ਨੂੰ ਵੀ ਬਖਸ਼ਦੇ ਕੋਈ ਨਹੀਂ। ਇਹ ਫਿਰ ਨਿੰਦਕਾਂ ਦੀ ਤਾਂ ਇਹੀ ਹਾਲਤ ਰਹਿਣੀ ਭਾਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਤਾਂ ਸਾਰੇ ਤਾਰੀਫ ਕਰਦੇ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ। ਜਿਹੜਾ ਨੇਕ ਇਨਸਾਨ ਹੈ ਨਾ, ਉਹਨੂੰ ਸਮਝ ਹੈ, ਉਹ ਕਹਿੰਦਾ ਵੀ ਗੁਰੂ ਨਾਨਕ ਵਰਗਾ ਕੋਈ ਨਹੀਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਬਹੁ ਲੋਕਨ ਸ਼ਬ ਮਾਰਗ ਲਹਿਓ, ਕਹਿੰਦੇ ਬਾਬੇ ਨਾਨਕ ਤੋਂ ਲੱਖਾਂ ਲੋਕਾਂ ਨੂੰ ਸ਼ੁਭ ਮਾਰਗ ਮਿਲਿਆ, ਭਗਤੀ ਦਾ ਮਾਰਗ ਮਿਲਿਆ, ਰੱਬ ਦਾ ਰਸਤਾ ਦੱਸਿਆ ਗੁਰੂ ਜੀ ਨੇ। ਹਮਰੇ ਪਿਤਾ ਪਿਤਾ ਮੈਂ ਕੇਰੇ, ਬਾਦਸ਼ਾਹ ਦਾਰਾ ਸ਼ਿਕੋ ਕਹਿੰਦਾ ਮੇਰਾ ਪਿਤਾ, ਦਾਦਾ, ਪੜਦਾਦਾ, ਲਗੜਦਾਦਾ ਸਾਰੇ ਗੁਰੂ ਨਾਨਕ ਤੋਂ ਵਰਸਾਏ ਗਏ ਹੈ। ਉਤੇ ਪੀਰ ਅਜ਼ਮਤੀ ਬਡੇਰੇ, ਕਹਿੰਦੇ ਸਾਡੇ ਵੀ ਬੜੇ ਬੜੇ ਪੀਰ ਮੁਸਲਮਾਨਾਂ 'ਚ ਹੋਏ ਨੇ, ਪਰ ਜਿਹੜੀ ਕਿਰਪਾ ਬਾਬਰ ਤੇ ਸਾਡੇ ਵੱਡੇ ਤੇ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਉਹ ਕੋਈ ਨਹੀਂ ਕਰ ਸਕਿਆ। ਜਦੋਂ ਬਾਬਰ ਮਹਾਰਾਜ ਨੂੰ ਮਿਲਿਆ, ਮਹਾਰਾਜ ਦੀ ਕਲਾ ਵੇਖੀ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਹਿੰਦੁਸਤਾਨ ਦਾ ਰਾਜ ਦੇ ਦਿਓ। ਸਤਿਗੁਰੂ ਕਹਿੰਦੇ ਆਪਣੇ ਮੁਹੰਮਦ ਸਾਹਿਬ ਕੋਲੋਂ ਮੰਗ, ਸਾਡੇ ਕੋਲੋਂ ਕਿਉਂ ਮੰਗਦਾ? ਕਹਿੰਦਾ ਮਹਾਰਾਜ ਮੁਹੰਮਦ ਸਾਹਿਬ ਨੂੰ ਗੁਜ਼ਰਿਆਂ ਨੂੰ 1000 ਸਾਲ ਹੋ ਗਿਆ, ਮੈਂ ਉਹਨਾਂ ਕੋਲ ਕਿਵੇਂ ਜਾ ਸਕਦਾ? ਮਹਾਰਾਜ ਕਹਿੰਦੇ 50 ਅਸੀਂ ਦਿੰਦੇ ਹਾਂ, ਮੰਗ ਤੂੰ ਲਵੀਂ। ਕਹਿੰਦਾ 50 ਦਿਓ ਤੇ ਮੰਗ ਲਾਂਗਾ। ਸਤਿਗੁਰੂ ਜੀ ਨੇ ਕਿਹਾ ਅੱਖਾਂ ਬੰਦ ਕਰ। ਜਦੋਂ ਨੇਤਰ ਬੰਦ ਕੀਤੇ ਤੇ ਬਾਬਰ ਦੀ ਸੁਰਤ ਚਲੀ ਗਈ ਮੁਹੰਮਦ ਸਾਹਿਬ ਦੇ ਕੋਲ। ਅਕਾਲ ਪੁਰਖ ਦੇ ਦਰਬਾਰ ਵਿੱਚ ਲੱਖਾਂ ਹੀ ਮੁਹੰਮਦ ਖੜੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਤ ਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਬਿਸ਼ਨ ਮਹੇਸ਼। ਉੱਥੇ ਦੇ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਮੁਹੰਮਦ, ਲੱਖਾਂ ਹੀ ਖੜੇ, ਅੰਤੀ ਕੋਈ ਬੇਅੰਤ ਬੇਅੰਤ ਪਸਾਰਾ। ਗਾਵਣ ਤੁਧਨੋਂ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਕਿੱਦਾਂ ਦਾ ਉਹ ਦਰਬਾਰ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਉਹ ਦਰਬਾਰ 'ਚ ਸਭ ਸ਼ਕਤੀਆਂ ਹੱਥ ਜੋੜ ਕੇ ਖੜੀਆਂ। ਸੇਵਾਦਾਰ ਨੇ ਜਾ ਕੇ ਮੁਹੰਮਦ ਸਾਹਿਬ ਨੂੰ ਕਿਹਾ ਮਹਾਰਾਜ ਬਾਬਰ ਆਇਆ, ਤੁਹਾਨੂੰ ਮਿਲਣਾ ਚਾਹੁੰਦਾ। ਕਹਿੰਦੇ ਮੁਹੰਮਦ ਸਾਹਿਬ ਪਿੱਛੇ ਮੁੜ ਕੇ ਆ ਕੇ ਦੇਖਿਆ ਬਾਬਰ ਨੂੰ, ਕਹਿੰਦੇ ਦੱਸ ਬਈ ਕੌਣ ਹੈ ਤੂੰ? ਕਹਿੰਦਾ ਜੀ ਮੇਰਾ ਨਾਮ ਬਾਬਰ ਹੈ, ਤੇ ਮਹਾਰਾਜ ਕਿਰਪਾ ਕਰੋ ਮੈਨੂੰ ਤੁਸੀਂ ਮਿਹਰਬਾਨੀ ਕਰਕੇ ਹਿੰਦੁਸਤਾਨ ਦਾ ਰਾਜ ਦੇ ਦਿਓ।
ਮੁਹੰਮਦ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਹਿੰਦੁਸਤਾਨ ਦਾ ਰਾਜ ਹੈ ਕੋਈ ਨਹੀਂ। ਉਹ ਕਹਿੰਦੇ ਮਹਾਰਾਜ ਮੈਨੂੰ ਤੇ ਤੁਹਾਡੇ ਕੋਲ ਭੇਜਿਆ। ਕਿਹਨੇ ਭੇਜਿਆ? ਕਹਿੰਦੇ ਪੀਰ ਨਾਨਕ ਨੇ ਭੇਜਿਆ। ਕਹਿੰਦੇ ਹਿੰਦੁਸਤਾਨ ਦਾ ਰਾਜ ਪੀਰ ਨਾਨਕ ਕੋਲ ਹੀ ਹੈ। ਪੀਰ ਨਾਨਕ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ, ਉਹਦੇ ਪੈਰ ਫੜ ਲੈ। ਮੇਰੇ ਕੋਲ ਤਾਂ ਅਰਬ ਦਾ ਰਾਜ ਸੀ, ਮੈਂ ਆਪਣੇ ਸੇਵਕਾਂ ਨੂੰ ਦੇਤਾ, ਆਪਣੀ ਉਮਤ ਨੂੰ। ਹਿੰਦੁਸਤਾਨ ਦਾ ਰਾਜ ਮੈਂ ਨਹੀਂ ਦੇ ਸਕਦਾ। ਕਹਿੰਦੇ ਬਾਬਰ ਵਾਪਸ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਉੱਥੇ ਕਿਉਂ ਭੇਜਿਆ? ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਜਾਏ ਵੀ ਉੱਥੋਂ ਨਹੀਂ ਮਿਲਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੈਨੂੰ ਪਤਾ ਲੱਗ ਜਾਏ ਵੀ ਰਾਜ ਕਿਹਨੇ ਦੇਣਾ। ਅੱਛਾ ਤੈਨੂੰ ਹੁਣ ਦੇ ਦਿੰਦੇ ਆ 7 ਪੁਸਤਾਂ ਦਾ। ਜਿੰਨਾ ਚਿਰ ਗੁਰੂ ਪਰਮੇਸ਼ਰ ਦੇ ਘਰ ਦਾ ਸਤਿਕਾਰ ਰੱਖੋਗੇ, ਸਾਡੇ ਘਰ ਨਾਲ ਬਣਾ ਕੇ ਰੱਖੋਗੇ, ਠੀਕ ਰਹੋਗੇ। ਜਦੋਂ ਵਿਗੜੋ ਤਿਗੜੋਗੇ ਰਾਜ ਖੋਹ ਲਾਂਗੇ, ਆਪਣੇ ਖਾਲਸੇ ਨੂੰ ਦੇ ਦਿਆਂਗੇ। ਸਾਰਾ ਭਵਿੱਖ ਬਚਨ ਵੀ ਦੱਸਤਾ ਮਹਾਰਾਜ ਨੇ। ਤੇ ਸਾਧ ਸੰਗਤ ਜੀ ਹੁਣ ਇਹ ਬਾਬਰ ਦੀ ਔਲਾਦ ਹੈ ਨਾ, ਸਾਰੇ ਮੁਗਲ ਖਾਨਦਾਨ ਦਾਰਾ ਸ਼ਿਕੋ। ਉਹ ਕਹਿੰਦਾ ਸਾਡੇ ਵੱਡਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਜ ਦਿੱਤਾ ਸੀ। ਇਸ ਘਰ ਕੀ ਰਾਖਤ ਵਡਿਆਈ। ਸਾਡੇ ਵੱਡੇ ਵਡੇਰੇ ਜਿਹੜੇ ਹੋਏ ਨੇ ਬਾਦਸ਼ਾਹ ਬਾਬਰ, ਹਮਾਯੂੰ, ਅਕਬਰ, ਉਹ ਸਾਰੇ ਗੁਰੂ ਘਰ ਅੱਗੇ ਝੁਕਦੇ ਸਨ, ਗੁਰੂ ਘਰ ਦੀ ਵਡਿਆਈ ਕਾਇਮ ਰੱਖਦੇ ਸਨ। ਮਿਲ ਮੁਰੀਦ ਸਮਗਰੀਬ ਨਿਵਾਈ। ਜਦੋਂ ਵੀ ਮਿਲਦੇ ਸੀ ਮੁਰੀਦਾਂ ਦੀ ਤਰ੍ਹਾਂ ਮੱਥਾ ਟੇਕਦੇ ਸੀ, ਗੁਰੂ ਨੂੰ ਆਪਣਾ ਪੀਰ ਮੰਨ ਕੇ। ਰੱਜੂ ਸ਼ਰਾਜਨ ਹੋ ਘਰ ਪਰੀ। ਪਰ ਕੁਝ ਬੰਦੇ ਹੁੰਦੇ ਨੇ ਮੁਤੱਸਬੀ, ਈਰਖਾਲੂ, ਜਿਨ੍ਹਾਂ ਦੇ ਗਲ ਵਿੱਚ ਸ਼ਰ੍ਹਾ ਦੀ ਰੱਸੀ ਪਈ ਹੋਈ ਹੈ। ਉਹ ਸ਼ਰ੍ਹਾ ਦੇ ਬੰਦੇ, ਇਹਨੂੰ ਨਹੀਂ ਮੱਥਾ ਟੇਕਣਾ, ਉਹਨੂੰ ਨਹੀਂ ਟੇਕਣਾ। ਆ ਜਿਵੇਂ ਸਾਡੇ ਗਲਾਂ ਵਿੱਚ ਹੁਣ ਸ਼ਰ੍ਹਾ ਦੀ ਬੜੀ ਕਰੜੀ ਗਲੀ ਪਾ ਰਹੇ। ਇਹ ਨਿਸ਼ਾਨ ਸਾਹਿਬ ਨੂੰ ਜੀ ਨਹੀਂ ਮੱਥਾ ਨਹੀਂ ਟੇਕਣਾ ਜੀ। ਦੇਖੋ ਹੁਣ ਨਿਸ਼ਾਨ ਸਾਹਿਬ ਨੂੰ ਨਹੀਂ ਟੇਕਣਾ, ਹੋਰ ਦੱਸੋ ਕਿੱਥੇ ਟੇਕੀਏ? ਗੁਰੂ ਘਰ ਦਾ ਪਤਾ ਤਾਂ ਨਿਸ਼ਾਨ ਸਾਹਿਬ ਤੋਂ ਹੀ ਲੱਗਦਾ। ਨਿਸ਼ਾਨ ਸਾਹਿਬਾਂ ਦਾ ਸਤਿਕਾਰ ਕਰਨਾ, ਸ਼ਹੀਦਾਂ ਸਿੰਘਾਂ ਦੇ ਅੰਗੀਠਿਆਂ ਦਾ ਸਤਿਕਾਰ ਕਰਨਾ, ਗੁਰੂ ਕੇ ਲੋਹ ਲੰਗਰਾਂ ਦਾ ਸਤਿਕਾਰ ਕਰਨਾ ਪੁਰਾਤਨ ਮਰਜ਼ਾਦਾ ਹੈ। ਜਿਨ੍ਹਾਂ ਨੂੰ ਪਤਾ ਨਹੀਂ ਜਾਂ ਪਤਾ ਹੁੰਦਿਆਂ ਵੀ ਦੂਜਿਆਂ ਨੂੰ ਜਾਣ ਕੇ ਭੁਲੇਖਾ ਪਾਉਣਾ ਚਾਹੁੰਦੇ ਹੈ, ਉਹ ਸ਼ਰਬ ਦਾ ਇਹ ਜੀ ਮਰਿਆਦਾ ਨਹੀਂ। ਉਹਨੂੰ ਦਸੀਏ, ਪੁੱਛੀਏ ਵੀ ਤੁਸੀਂ ਕਿਹੜੀ ਮਰਿਆਦਾ ਚੁੱਕੀ ਫਿਰਦੇ, ਦਿਖਾਓ ਤਾਂ ਸਾਨੂੰ। ਹੈ ਕੁਛ ਵੀ ਨਹੀਂ ਕੋਲ, ਬਸ ਆਪ ਕੁਝ ਕਰਨਾ ਨਹੀਂ, ਦੂਜਿਆਂ ਨੂੰ ਕਰਨ ਨਹੀਂ ਦੇਣਾ। ਉਹ ਸ਼ਰ੍ਹਾ ਦੀ ਰੱਸੀ ਜਿਨ੍ਹਾਂ ਦੇ ਗਲ ਵਿੱਚ ਪਈ ਹੁੰਦੀ, ਭਾਵੇਂ ਉਹ ਸ਼ਰ੍ਹਾ ਹਿੰਦੂਆਂ ਦੀ ਹੋਵੇ, ਭਾਵੇਂ ਉਹ ਸ਼ਰ੍ਹਾ ਮੁਸਲਮਾਨਾਂ ਦੀ ਹੋਵੇ, ਭਾਵੇਂ ਸਿੱਖਾਂ ਦੀ ਹੋਵੇ, ਭਾਵੇਂ ਈਸਾਈਆਂ ਦੀ, ਬ੍ਰਹਮ ਗਿਆਨੀ ਨੂੰ ਨਹੀਂ ਪਛਾਣ ਸਕਦੀ। ਸ਼ਰ੍ਹਾ ਵਾਲੇ ਬ੍ਰਹਮ ਗਿਆਨੀ ਤਾਂ ਕੱਪੜਦੇ ਨਹੀਂ। ਦਾਰਾ ਸ਼ਿਕੋ ਕਹਿੰਦਾ ਜਿਨ੍ਹਾਂ ਨੂੰ ਸਮਝ ਸੀ ਉਹ ਤਾਂ ਗੁਰੂ ਨਾਨਕ ਦੇ ਅੱਗੇ ਝੁਕ ਗਏ। ਪਰ ਜਿਹੜੇ ਬੇਸਮਝ ਸਨ, ਜਿਨ੍ਹਾਂ ਦੇ ਗਲ ਵਿੱਚ ਸ਼ਰ੍ਹਾ ਦੀ ਤੇ ਮੁਤੱਸਬ ਦੀ ਰੱਸੀ ਵੀ, ਅਸੀਂ ਮੁਸਲਮਾਨ ਆ, ਅਸੀਂ ਵੱਡੇ ਆ, ਅਸੀਂ ਦੂਜੇ ਦੇ ਧਰਮ ਦੇ ਅੱਗੇ ਕਿਉਂ ਝੁਕੀਏ? ਹਾਂਜੀ, ਮੂਡ ਮੁਲਾਨ ਸੋ ਚਰਚਾ ਕਰੀ। ਉਹਨਾਂ ਮੂਰਖ ਮੁਲਾਨਿਆਂ ਨੇ ਬਾਬੇ ਨਾਨਕ ਨਾਲ ਟੱਕਰ ਵੀ ਲਈ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਮੱਕੇ ਦੇ ਵਿੱਚ ਮਹਾਰਾਜ ਨੂੰ ਜੀਵਨ ਕਾਜੀ ਨੇ ਲੱਤ ਮਾਰ ਦਿੱਤੀ। ਕਹਿੰਦਾ ਉਹ ਕਿਹੜਾ ਕਾਫਰ ਸੁੱਤਾ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ। ਖੁਦਾ ਵੱਲ ਪੈਰ ਕੀਤੇ। ਤੇ ਜਦੋਂ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ ਵੀ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਮੇਰੇ ਪੈਰ ਕਰ ਦੇ। ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਮੱਕਾ ਹੀ ਘੁਮਾਤਾ। ਜਦੋਂ ਮੱਕਾ ਘੁੰਮਿਆ ਫਿਰ ਚਰਨਾਂ ਤੇ ਹੋਏ ਹੈਰਾਨ, ਕਰੇਨ ਜੁਹਾਰੀ। ਹੈਰਾਨ ਹੋ ਕੇ ਮੱਥਾ ਟੇਕਿਆ ਉਹਨਾਂ ਨੇ, ਮਹਾਰਾਜ ਦੇ ਚਰਨਾਂ ਤੇ ਝੁਕ ਗਏ ਫਿਰ ਉਹ। ਸੋ ਸਾਧ ਸੰਗਤ ਜੀ ਜਿਹੜੇ ਮੁਤੱਸਬੀ ਸੀਗੇ ਉਹ ਬਹਿਸ਼ਾਂ, ਚਰਚਾ, ਵਾਦ ਵਿਵਾਦ, ਲੜਾਈਆਂ ਕਰਨ ਨੂੰ ਆਉਂਦੇ ਸੀ। ਜਿਹੜੇ ਸਮਝਦਾਰ ਸੀ ਉਹ ਪਹਿਲਾਂ ਹੀ ਚਰਨਾਂ ਦੇ ਢਹਿ ਪੈਂਦੇ ਸੀ। ਬਨੇ ਅਸੂਇਕ ਗਿਆਨ ਬਹੀਨੇ। ਜਿਨ੍ਹਾਂ ਦੇ ਅੰਦਰ ਗਿਆਨ ਕੋਈ ਨਹੀਂ ਸੀ, ਈਰਖਾਲੂ ਸਨ। ਈਰਖਾ ਇੱਕ ਬਹੁਤ ਵੱਡਾ ਰੋਗ ਹੈ ਜਿਹੜਾ ਸੰਸਾਰ ਭਰ ਦੇ ਸਾਰੀਆਂ ਕੌਮਾਂ ਦੇ ਸਾਰੇ ਲੋਕਾਂ 'ਚ ਮਿਲਦਾ ਹੈ। ਮੰਦਰਾਂ ਗੁਰਦੁਆਰਿਆਂ ਵਿੱਚ ਵੀ ਹੈ, ਜਿੱਥੇ ਮਰਜ਼ੀ ਚਲੇ ਜਾਓ। ਇਹ ਈਰਖਾ ਬੜੀ, ਇਹ ਪ੍ਰਮਾਤਮਾ ਦੇ ਨੇੜੇ ਨਹੀਂ ਜਾਣ ਦਿੰਦੀ। ਇਹ ਵਾਹਿਗੁਰੂ ਦੇ ਸਰੂਪ ਦੇ ਸਾਨੂੰ ਦਰਸ਼ਨ ਨਹੀਂ ਹੋਣ ਦਿੰਦੀ। ਸੋ ਈਰਖਾ ਦੇ ਵਿੱਚ ਜਿਹੜੇ ਲੋਕ ਸਨ ਉਹ ਬਾਬਾ ਜੀ ਨਾਲ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ, ਛੇਵੇਂ ਪਾਤਸ਼ਾਹ ਨਾਲ, ਗੁਰੂ ਸਾਹਿਬਾਨ ਨਾਲ ਈਰਖਾ ਹੀ ਕਰਦੇ ਰਹੇ। ਹਾਂਜੀ, ਜਥਾ ਅੰਧ ਕਰ ਮਾਣਕ ਲੀਨੇ। ਜਿਵੇਂ ਅੰਨੇ ਦੇ ਹੱਥ ਵਿੱਚ ਹੀਰਾ ਦੇ ਦਈਏ, ਮਾਣਕ ਦੇ ਦਈਏ, ਮੋਤੀ ਦੇ ਦਈਏ, ਉਹਨੂੰ ਪਤਾ ਹੀ ਨਹੀਂ ਉਹਦੀ ਪਰਖ।
ਮਾਰੇ ਕਹਿੰਦੇ ਨਾ, ਅੰਧੇ ਚਾਨਣ ਰੱਖੀਆ ਦੀਵੇ ਬੜਾ 50 ਦੀਵੇ ਬਾਲ ਕੇ ਵੀ ਅੰਨੇ ਦੇ ਸਾਹਮਣੇ ਰਤਨ ਰੱਖੋ। ਉਹ ਮਾਰੇ ਕਹਿੰਦੇ ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ। ਅੰਨਾ ਬੰਦਾ ਰਤਨਾ ਦੀ ਪਰਖ ਕਰਨ ਭੇਜਤਾ, ਜੌਹਰੀ ਬਣਾਤਾ। ਹੁਣ ਜੌਹਰੀ ਦੀ ਤਾਂ ਅੱਖ ਬੜੀ ਤੇਜ਼ ਹੁੰਦੀ ਹੈ, ਉਹਦੀ ਅੱਖਾਂ ਹੀ ਕੋਈ ਨਹੀਂ। ਉਹ ਹੀਰੇ ਨੂੰ ਕੀ, ਉਹਦੇ ਵਾਸਤੇ ਹੀਰਾ ਪੱਥਰ ਹੀ ਹੈ। ਹੀਰੇ ਦੀ ਤੇ ਜੌਹਰੀ ਨੂੰ ਕਦਰ ਹੋਣੀ ਨਾ ਵੀ ਇਹ ਹੀਰਾ। ਦੂਜਾ ਬੰਦਾ ਉਹ ਕਹਿੰਦਾ ਇਹ ਤੇ ਪੱਥਰ, ਪਤਾ ਨਹੀਂ ਕੀ ਹੈ। ਉਹ ਕਿਸੇ ਘੁਮਿਆਰ ਨੂੰ ਕਹਿੰਦੇ ਕਿਤੇ ਲੱਭ ਗਿਆ ਹੀਰਾ, ਉਹਨੇ ਉਹ ਲਾਲ ਜਾਂ ਹੀਰਾ ਜਿਹੜਾ ਸੀ ਕਹਿੰਦੇ ਆਪਣੇ ਖੋਤੇ ਦੇ ਗਲ ਪਾਤਾ। ਹੁਣ ਜਿਹੜਾ ਬੰਦਾ ਪਾਰਖੂ ਸੀ ਉਹਨੇ ਆਖਿਆ ਵੀ ਜੇ ਤੇ ਮੈਂ ਇਹਦੇ ਕੋਲੋਂ ਇਹ ਕਿਹਾ ਵੀ ਆਹ ਵੇਚ ਦੇ, ਇਹਨੇ ਵੇਚਣਾ ਨਹੀਂ। ਉਹਨੇ ਆਖਿਆ ਘੁਮਿਆਰ ਨੂੰ ਵੀ ਖੋਤੇ ਦਾ ਸੌਦਾ ਕਰ, ਕੀ ਲੈਣਾ, ਸਣੇ ਇੱਟਾਂ ਉੱਟਾਂ ਦੇ ਜੋ ਉੱਤੇ ਲੱਦਿਆ ਹੋਇਆ। ਉਹ ਕਹਿੰਦਾ ਦੇ ਦੇ ਥੋੜੇ ਬਾੜੇ 150,000। ਉਹਨੇ ਖੁੱਲੇ ਸਮਾਇਆ ਛੁੱਟੀ ਚੱਕ ਕਹਿੰਦਾ। ਉਹ ਕਹਿੰਦਾ ਇੰਨਾ ਮਹਿੰਗਾ ਖੋਤਾ ਵਿਕ ਗਿਆ। ਉਹ ਤਾਂ ਬੜਾ ਖੁਸ਼। ਉਹਨੇ ਖੋਤੇ ਨੂੰ ਉਹਨਾਂ ਕਰਕੇ ਗਲ 'ਚੋਂ ਲਾਲ ਲਾ ਕੇ ਇਹਨੂੰ ਵੀ ਲੈ ਜਾ, ਇਹ ਮੇਰੇ ਕੰਮ ਦਾ ਨਹੀਂ, ਮੈਂ ਤੇ ਲਾਲ ਨਾਲ ਮਤਲਬ ਹੈ ਨਾ। ਉਹ ਪਾਰਖੂ ਸੀਗਾ। ਤੇ ਜਿਹੜੇ ਸਾਡੇ ਵਰਗੇ ਆ ਉਹ ਸਾਧ ਸੰਗਤ ਜੀ ਉਹ ਹੀਰਿਆਂ ਨੂੰ ਵੀ ਰਤਨ ਮਣੀ ਗਲ ਬਾਂਦਰ ਹੈ। ਉਹ ਗੱਲ ਬਣ ਗਈ। ਭਾਈ ਗੁਰਦਾਸ ਜੀ ਨੇ ਕਿਹਾ ਬਾਂਦਰ ਨੂੰ ਮਣੀ ਮਿਲ ਗਈ, ਉਹ ਪੱਥਰ ਦੇ ਉੱਤੇ ਤੋੜਨ ਲੱਗ ਪਿਆ, ਕਹਿੰਦਾ ਵੇਖਣਾ ਇਹਦੇ ਵਿੱਚ ਕੀ ਹੈ। ਹਾਂਜੀ ਭਏ ਪ੍ਰਭਾਤੀ ਚਲੈ ਅਗੇਰੇ। ਮਹਾਰਾਜ ਕਹਿੰਦੇ ਠੀਕ ਹੈ, ਸਵੇਰੇ ਅਸੀਂ ਚੱਲਾਂਗੇ, ਦਰਸ਼ਨ ਕਰਾਂਗੇ। ਮਿਲ ਕਰ ਸੁਨਹਿ ਬਾਕ ਭਲੇਰੇ। ਹਾਂ, ਦਾਰਾ ਸ਼ਿਕੋ ਕਹਿੰਦਾ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਾਂਗਾ ਤੇ ਉਹਨਾਂ ਨੂੰ ਮਿਲਾਂਗਾ ਤੇ ਬਚਨ ਬਿਲਾਸ ਕਰਾਂਗਾ। ਸੰਤਨ ਕੋ ਮਿਲਬੋ ਸੁਖਦਾਨੀ। ਕਿਉਂਕਿ ਸੰਤਾਂ ਨੂੰ ਮਿਲਣਾ ਸੁਖਦਾਈ ਹੁੰਦਾ ਹੈ। ਸੰਤਾਂ ਨੂੰ ਮਿਲਣਾ ਭਾਗਾਂ ਵਾਲਿਆਂ ਦੇ ਕਰਮਾਂ 'ਚ ਹੁੰਦਾ ਹੈ। ਜਗ ਮਹਿ ਜਿਸ ਕੇ ਕੋ ਨ ਸਮਾਨੀ। ਸੰਤਾਂ ਦੇ ਮਿਲਣ ਦੇ ਸਮਾਨ ਕੋਈ ਪੁੰਨ ਨਹੀਂ ਕੋਈ। ਦੁਨੀਆ ਵਿੱਚ ਸਭ ਤੋਂ ਵੱਡਾ ਪੁੰਨ ਹੈ। ਮਹਾਰਾਜ ਕਹਿੰਦੇ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਜ਼ਿੰਦਗੀ 'ਚ ਸਭ ਤੋਂ ਵੱਡੀ ਕੋਈ ਪ੍ਰਾਪਤੀ ਹੈ ਤੇ ਪੂਰਨ ਮਹਾਤਮਾ ਦੇ ਦਰਸ਼ਨ ਹਨ। ਜੇ ਸਾਧ ਸੰਗਤ ਜੀ ਨਾ ਹੋਏ ਤੇ ਜ਼ਿੰਦਗੀ ਬਿਰਥੀ ਜਾ ਰਹੀ ਹੈ, ਕੁਛ ਵੀ ਨਹੀਂ। ਤੇ ਜੇ ਕਿਸੇ ਨੂੰ ਸਤਿਪੁਰਸ਼ਾਂ ਦੇ, ਮਹਾਂਪੁਰਸ਼ਾਂ ਦੇ, ਰੱਬ ਦੇ ਪਿਆਰਿਆਂ ਦੇ ਹੋਣ, ਰੱਬ ਦੇ ਪਿਆਰੇ। ਅੱਜ ਕੱਲ੍ਹ ਦੁੱਧ ਦਾ ਸੜਿਆ ਕਈ ਵਾਰੀ ਲੱਸੀ ਨੂੰ ਫੂਕਾ ਮਾਰੀ ਜਾਂਦਾ। ਉਹ ਕਹਿੰਦੇ ਸੰਤ ਹੁੰਦੇ ਹੀ ਕੋਈ ਨਹੀਂ। ਹੁੰਦੇ ਆ ਨਕਲੀ ਪਖੰਡੀ ਮੇਰੇ ਵਰਗੇ, ਪਰ ਅਸਲੀ ਵੀ ਹੁੰਦੇ ਆ। ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਨਕਲ ਹਮੇਸ਼ਾ ਅਸਲ ਦੀ ਹੁੰਦੀ ਹੈ। ਜੇ ਅਸਲ ਇੱਕ ਹੋਵੇ 99 ਨਕਲ ਬਣ ਸਕਦੀਆਂ ਨੇ, ਪਰ ਐਸਾ ਨਹੀਂ ਹੋ ਸਕਦਾ ਵੀ ਅਸਲ ਹੋਵੇ ਹੀ ਨਾ ਤੇ ਨਕਲ ਬਣ ਜਾਵੇ। ਐਸਾ ਕਦੀ ਨਹੀਂ ਹੋਇਆ। ਕੁਦਰਤ ਦੇ ਨਿਯਮ ਦੇ ਉਲਟ ਹੈ। ਮੈਨੂੰ ਤੁਸੀਂ ਕੋਈ ਐਸੀ ਚੀਜ਼ ਦਿਖਾ ਦਿਓ, ਕੋਈ ਕੱਪੜਾ ਨਕਲੀ ਦਿਖਾ ਦਿਓ ਤੇ ਕੋਈ ਅਸਲੀ ਹੁੰਦਾ ਨਹੀਂ, ਇਹੀ ਹੁੰਦਾ ਨਹੀਂ। ਕੋਈ ਚੀਜ਼ ਦੁਨੀਆ ਦੀ ਕੋਈ ਵੀ ਡੁਪਲੀਕੇਟ ਬਣੇਗੀ ਤਾਂ ਬਣੇਗੀ ਜੇ ਕੋਈ ਓਰੀਜਨਲ ਹੋਵੇਗੀ, ਅਸਲੀ ਹੋਵੇਗੀ। ਕਹਿ ਦਾਰ ਸ਼ਿਕੋ ਹੋ ਸੁਜਾਨਾ। ਇਸ ਤਰ੍ਹਾਂ ਦਾਰਾ ਸ਼ਿਕੋ ਨੇ ਕਿਹਾ। ਨਿਸਾ ਬਾਸ ਕੀ ਨਸ ਤਿਸ ਥਾਨਾ। ਰਾਤ ਉੱਥੇ ਰਹੇ ਹਨ। ਖਾਨ ਪਾਨ ਕਰ ਕੈ ਸਭ ਭਾਂਤੀ। ਸਭ ਪ੍ਰਕਾਰ ਨਾਲ ਲੰਗਰ ਪ੍ਰਸ਼ਾਦ ਛਕ ਕੇ ਕਈ ਬਤੀਤ ਜਥਾ ਸੁਖ ਰਾਤੀ। ਸੁਖ ਨਾਲ ਰਾਤ ਬਤੀਤ ਕੀਤੀ ਹੈ। ਤੇ ਅਗਲੇ ਦਿਨ ਇਹ ਮਹਾਰਾਜ ਨੂੰ ਕਿਸ ਤਰ੍ਹਾਂ ਮਿਲਣਗੇ। ਦਾਰਾ ਸ਼ਿਕੋ ਤੇ ਗੁਰੂ ਹਰਿਰਾਏ ਸਾਹਿਬ ਦੀ ਮੁਲਾਕਾਤ ਗੋਇੰਦਵਾਲ ਸਾਹਿਬ ਵਿਖੇ ਹੋਈ ਸੀ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ